ਵੀ ਅਸੀਂ ਕਿਹੜੀ ਕੌਮ ਚੋਂ ਆ। ਅਸੀਂ ਬਾਬਾ ਦੀਪ ਸਿੰਘ ਜੀ ਦੀ ਕੌਮ ਚੋਂ ਆ, ਜਿਨ੍ਹਾਂ ਨੇ ਆਪਣਾ ਸਿਰ ਕੱਟ ਕੇ ਹੱਥ ਤਲੀ ਤੇ ਰੱਖ ਕੇ ਜਿਹੜੇ ਉਹ ਲੜਦੇ ਰਹੇ ਖੰਡੇ ਨਾਲ। ਅਸੀਂ ਉਹ ਕੌਮ ਦੇ ਵਿੱਚੋਂ ਆ। ਅਸੀਂ ਉਹ ਤਾਂ ਬਣ ਨਹੀਂ ਸਕਦੇ, ਲੇਕਿਨ ਅਸੀਂ ਉਸ ਕੌਮ ਦੇ ਹੀਰੇ ਆ। ਅਸੀਂ ਵੀ ਸ਼ਾਇਦ, ਪਰ ਉਹ ਕਿਸਮਤ ਕਹਿੰਦੇ ਨਾ ਜਦੋਂ ਬਦਲਦੀ, ਉਹ ਸਕਿੰਟਾਂ ਦੇ ਬਦਲੀ। ਮੈਂ ਤੁਹਾਨੂੰ ਦੱਸਿਆ 10 ਸੈਕਿੰਡ ਰਹਿੰਦੇ ਸੀਗੇ, ਤੇ ਉਹ ਜਦੋਂ ਪਿੱਛੋਂ ਗੁਰੂ ਕਹਿੰਦੇ ਹੁੰਦਾ, ਗੁਰੂ ਉਸਤਾਦ ਜਦੋਂ ਇੱਕ ਆਵਾਜ਼ ਸੁਣੀ, ਮੈਨੂੰ ਆਵਾਜ਼ ਐਂ ਲੱਗੀ ਵੀ ਹਾਂ ਚਾਚਾ ਜੀ ਆ ਗਿਆ। ਮੈਂ ਵੇਖਿਆ ਵਾਕਈ ਸਾਹਮਣੇ ਬੈਠੇ, ਕਹਿੰਦੇ ਕਰਦੇ ਹਨ ਜੋ ਵੀ ਕਰਨਾ। ਸਭ ਤੋਂ ਪਹਿਲਾਂ ਤਾਂ ਕੋਈ ਵੀ ਸਪੋਰਟਸ ਹੈਗੀ ਆ, ਉਹ ਡਿਸਪਲਿਨ ਤੋਂ ਮਤਲਬ ਜੇ ਰਹੋਗੇ ਤੇ ਤੁਸੀਂ ਚੰਗੇ ਸਪੋਰਟਸਮੈਨ ਬਣੋਗੇ। ਜੇ ਤੁਹਾਡਾ ਡਿਸਪਲਿਨ ਨਹੀਂ, ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਖਾਣਾ ਨਹੀਂ ਆ, ਚੰਗੀ ਤਰ੍ਹਾਂ ਸੌਣਾ ਨਹੀਂ ਆ, ਚੰਗੀ ਤਰ੍ਹਾਂ ਤੁਸੀਂ ਖੇਲਣਾ ਨਹੀਂ, ਤੇ ਉਹ ਮਤਲਬ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਮਾਂ ਬਾਪ ਜਿਹੜੇ ਸਭ ਤੋਂ ਪਹਿਲਾਂ ਹੁੰਦੇ ਆ ਜੀ, ਉਹਨਾਂ ਨੂੰ ਖੁਸ਼ੀ ਹੁੰਦੀ ਜੇ ਬੱਚਾ ਉਹਨਾਂ ਦਾ ਕੋਈ ਪ੍ਰਾਪਤੀ ਕਰਦਾ ਆ। ਅਸੀਂ ਪਿੰਡਾਂ 'ਚ ਕੋਈ ਛਿੰਝ ਜਿੱਤਦੇ ਆ, ਜਾਂ ਕੋਈ ਦੰਗਲ ਜਿੱਤਦੇ ਆ, ਜਾਂ ਕੋਈ ਮਤਲਬ ਬਾਹਰ ਇੰਟਰਨੈਸ਼ਨਲ ਕੱਪ ਜਿੱਤਦੇ ਆ, ਤੇ ਜਦੋਂ ਉਹਨਾਂ ਨੂੰ ਮਤਲਬ ਪਤਾ ਲੱਗਦਾ ਹੈ, ਤੇ ਉਹ ਖੁਸ਼ੀ ਦੇ ਫੁੱਲੇ ਨਹੀਂ ਸਮਾਉਂਦੇ, ਭੱਜੇ ਫਿਰਦੇ, ਦੌੜੇ ਫਿਰਦੇ ਵੀ ਹਾਂ ਸਾਡੇ ਬੇਟੇ ਨੇ ਅੱਜ ਆਹ ਕੀਤਾ ਆ, ਸਾਨੂੰ ਆ ਖੁਸ਼ੀ। ਲੋਕੀ ਵਧਾਈਆਂ ਦਿੰਦੇ ਆ, ਤੇ ਉਹਨਾਂ ਦਾ ਖੂਨ ਹੋਰ ਵੱਧਦਾ ਆ। ਇਹ ਸਭ ਕੁਝ ਹੈ, ਪੋਟੈਂਸ਼ੀਅਲ ਹੈ, ਸਾਰਾ ਕੁਝ ਹੈਗਾ ਜੀ। ਖਾਨਦਾਨ ਨਹੀਂ ਹੈ, ਜਿੱਦਾਂ ਖੂਨ ਦੇ ਵਿੱਚ ਹੈ, ਫਿਰ ਤਾਂ ਕੁਝ ਨਾ ਕੁਝ ਤੇ ਹੁੰਦਾ ਹੀ ਹੈ ਜੀ। ਚਲੋ, ਸਾਡੇ ਬੈਸਟ ਵਿਸ਼ੇਸ ਤੁਹਾਡੇ ਨਾਲ ਹੈ ਕਿ ਤੁਹਾਡਾ ਬੇਟਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਫੀਲਡ 'ਚ ਆਵੇ ਤੇ ਤੁਹਾਡਾ ਨਾਮ। ਧੀਰਜ ਜੀ, ਤੁਹਾਡਾ ਦਿਲ ਦੀਆਂ ਗੱਲਾਂ ਪ੍ਰੋਗਰਾਮ ਵਿੱਚ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਤੁਸੀਂ ਸੋਤਾ ਸਾਹਿਬ K1 TV ਸ਼ੁਰੂ ਕੀਤਾ ਆ, ਇੱਕ ਬਹੁਤ ਵਧੀਆ ਉਪਰਾਲਾ ਆ। ਮੈਂ ਇਹਦੀ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦਾ ਆ, ਕਿਉਂਕਿ ਜੋ ਤੁਸੀਂ ਇਹ ਉਪਰਾਲਾ ਸ਼ੁਰੂ ਕੀਤਾ ਆ, ਇੱਕ ਮੀਡੀਆ ਹੀ ਜਿਹੜਾ ਕਿ ਸਪੋਰਟਸਮੈਨਾਂ ਨੂੰ, ਨਵੇਂ ਜਿਹੜੇ ਬੱਚੇ ਜਨਰੇਸ਼ਨ ਜਿਹੜੀ ਆ ਰਹੀ ਆ, ਉਹਨਾਂ ਨੂੰ ਇੱਕ ਜ਼ਰੀਆ ਆ, ਉਹਨਾਂ ਨੂੰ ਇੱਕ ਚੰਗੀ ਚੀਜ਼ ਪਹੁੰਚਾਉਣ ਦਾ। ਕਿਉਂਕਿ ਤੁਸੀਂ ਇਹ ਜੋ ਵੀ ਐਕਸਪੀਰੀਅੰਸ ਆ ਚੰਗੇ ਖਿਡਾਰੀਆਂ ਦਾ, ਜਿਹੜੇ ਵੱਡੇ ਓਲੰਪੀਅਨ ਹੋਏ ਆ, ਜਾਂ ਪੁਰਾਣੇ ਖਿਡਾਰੀ ਜਿਹੜੇ ਵੀ ਹੋਏ ਆ, ਉਹਨਾਂ ਨਾਲ ਤੁਸੀਂ ਸਾਰੇ ਨਾਲ ਤੁਸੀਂ ਮਿਲਣਾ ਆ, ਉਹਨਾਂ ਦਾ ਐਕਸਪੀਰੀਅੰਸ ਤੁਸੀਂ ਲੈ ਕੇ ਬੱਚਿਆਂ ਨੂੰ ਗਾਂ ਦੇਣਾ ਆ। ਤੇ ਇਹ ਇੱਕ ਬੜੀ ਵਧੀਆ ਉਪਰਾਲਾ ਆ, ਤੇ ਇਹਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਮਹਾਰਾਜ ਤੁਹਾਡਾ ਇਹ ਕੰਮ ਜੋ ਵੀ ਹੈਗਾ ਚੈਨਲ ਆ, ਬਹੁਤ ਵਧੀਆ ਤਰੀਕੇ ਨਾਲ ਚੱਲੇ, ਔਰ ਇਹ ਲੋਕਾਂ ਨੂੰ, ਇਹ ਬੱਚਿਆਂ ਨੂੰ ਜੋ ਵੀ ਆ ਚੰਗੀ ਸੇਧ। K1 TV ਇੰਡੀਆ ਆ ਰਿਹਾ ਹੈ ਤੁਹਾਡੇ ਮੁਲਕ, ਤੁਹਾਡੇ ਸੂਬੇ, ਸ਼ਹਿਰ ਤੇ ਆਪ ਜੀ ਦੇ ਪਿੰਡ 'ਚ ਦੇਸ਼ ਅਤੇ ਵਿਦੇਸ਼ ਦੀਆਂ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲੈ ਕੇ। ਖਬਰ ਉਹ ਜਿਹੜੀ ਜੁੜੀ ਹੋਏਗੀ ਤੁਹਾਡੇ ਨਾਲ। ਖਬਰ ਦੇ ਵਿੱਚ ਦੀ ਖਬਰ, ਸਿਆਸਤ ਤੇ ਸਿਆਸਤਦਾਨਾਂ ਦੀ ਸੱਚਾਈ, ਕ੍ਰਾਈਮ, ਮਨੋਰੰਜਨ, ਖੇਡਾਂ ਤੇ ਖਿਡਾਰੀਆਂ ਦਾ ਹਾਲ ਸਭ ਤੋਂ ਪਹਿਲਾਂ ਸਾਂਝਾ ਕਰਾਂਗੇ ਤੁਹਾਡੇ ਨਾਲ। ਸੱਚੀ ਤੇ ਜ਼ਮੀਨੀ ਹਕੀਕਤ ਦਿਖਾਵਾਂਗੇ ਇਮਾਨਦਾਰੀ ਦੇ ਨਾਲ। ਬੇਖੌਫ, ਸਟਿਕ ਤੇ ਸੱਚ ਦੇਖਣ ਲਈ ਵੇਖਦੇ ਰਹੋ K1 TV ਇੰਡੀਆ ਨਿਊਜ਼। ਸਕੂਲ ਲੈਵਲ ਤੇ ਤੁਸੀਂ ਸਟਾਰਟ ਕੀਤਾ, ਮਤਲਬ ਨੈਸ਼ਨਲ ਲੈਵਲ ਤੇ, ਸਕੂਲ ਲੈਵਲ ਤੇ ਕਿਸ ਤਰ੍ਹਾਂ ਸਟਾਰਟ ਹੋਇਆ? ਜਿਹੜਾ ਸਕੂਲਿੰਗ ਗੇਮਸ ਹੁੰਦੀਆਂ ਹੈਗੀਆਂ, ਪਹਿਲਾਂ ਮੈਂ ਸਕੂਲਿੰਗ ਜਦੋਂ ਹੁੰਦਾ ਸਕੂਲ ਦੇ ਵਿੱਚ ਫਸਟ ਟਾਈਮ ਜਿਹੜਾ ਤੁਸੀਂ ਪਾਰਟਿਸਿਪੇਟ ਕਬੱਡੀ ਵੀ ਖੇਡਦਾ ਰਿਹਾ, ਕਿਉਂਕਿ ਸਿਹਤ ਵੀ ਕੋਈ ਕਬੱਡੀ ਖੇਡਦਾ ਰਿਹਾ। ਕਬੱਡੀ ਤੋਂ ਬਾਅਦ ਫਿਰ ਜਦੋਂ ਮੈਂ 10ਵੀਂ ਤੋਂ ਬਾਅਦ ਕਰਨ ਤੋਂ ਬਾਅਦ ਜਲੰਧਰ ਚਾਚੀ ਕੋਲ ਪੱਕਾ ਹੀ ਆ ਗਿਆ ਨਾ। ਅੱਛਾ। ਉਸ ਤੋਂ ਬਾਅਦ ਫਿਰ ਮੇਰਾ ਇੱਕ ਬਣ ਗਿਆ ਵੀ ਮਕਸਦ ਵੀ ਮੈਂ ਹੁਣ ਪਹਿਲਵਾਨੀ ਕਰਨੀ ਹੈ, ਤੇ ਫਿਰ ਪਹਿਲਵਾਨੀ ਦੇ ਵਿੱਚ ਬਸ ਪੂਰਾ ਮਿਹਨਤ ਕੀਤੀ, ਔਰ ਫਿਰ ਪੰਜਾਬ ਚੈਂਪੀਅਨ ਬਣਿਆ। ਪੰਜਾਬ ਚੈਂਪੀਅਨ ਤੋਂ ਬਾਅਦ ਫਿਰ 1986 ਦੇ ਵਿੱਚ ਨੈਸ਼ਨਲ ਦਾ ਚੈਂਪੀਅਨ ਬਣਿਆ ਮੈਂ। ਮਤਲਬ ਕਿ ਜਲੰਧਰ ਆ ਗਏ ਤੁਸੀਂ ਆਪਣੇ ਚਾਚਾ ਜੀ ਕੋਲ, ਕਰਤਾਰ ਸਿੰਘ ਜੀ ਕੋਲ, ਤੇ ਉਸ ਪੀਰੀਅਡ ਵਿੱਚ ਕੀ ਕਰਤਾਰ ਸਿੰਘ ਜੀ ਹੀ ਤੁਹਾਡੇ ਮਤਲਬ ਐਜ਼ ਏ ਗੁਰੂ ਕੋਚ, ਜਾਂ ਤੁਹਾਨੂੰ ਕਿਸੇ ਦੇ ਹੋਰ ਉਹਨਾਂ ਨੇ ਛੱਡਿਆ ਜਿਹੜੀ ਤੁਸੀਂ ਟ੍ਰੇਨਿੰਗ ਜਿਹੜੀ ਇਹ ਕਰ ਰਹੇ ਸੀ ਤਿਆਰੀ? ਨਹੀਂ, ਨਾਲ ਮੈਂ ਸ਼ੁਰੂ ਤੋਂ ਇਹਨਾਂ ਦੇ ਰਿਹਾ ਹਾਂ। ਅੱਛਾ, ਉਹਨਾਂ ਨੇ ਹੀ ਤੁਹਾਨੂੰ? ਛੋਟੇ ਚਾਚਾ ਜੀ ਆ ਸਰਦਾਰ ਸਰਮ ਸਿੰਘ ਜੀ, ਉਹ ਵੀ ਪਹਿਲਵਾਨੀ ਕਰਦੇ ਸੀ, ਉਹ ਵੀ ਹਿੰਦੁਸਤਾਨ ਦੇ ਬਹੁਤ ਵਧੀਆ ਪਹਿਲਵਾਨ ਹੋਏ ਆ, ਕਾਮਨਵੈਲਥ ਦੇ ਚੈਂਪੀਅਨ ਵੀ ਹੋਏ ਆ। ਤੇ ਉਹਨਾਂ ਦੇ ਨਾਲ ਹੀ ਫਿਰ ਮੈਂ ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਇਕੱਲੇ ਰਹਿੰਦੇ ਸੀਗੇ, ਫਿਰ ਖਾਣਾ ਬਣਾਉਣਾ, ਬਦਾਮ ਰਗੜਨੇ, ਸਾਰਾ ਕੁਝ ਕੰਮ ਕਰਨਾ, ਨਾਲ ਪਹਿਲਵਾਨੀ ਵੀ ਕਰਨੀ। ਤੇ ਫਿਰ ਜਿੱਥੇ ਵੀ ਜਾਣਾ, ਜਾਂ ਦਿੱਲੀ ਜਾਣਾ, ਦਿੱਲੀ ਨਾਲ, ਮਹਾਰਾਸ਼ਟਰ ਦੇ ਵਿੱਚ ਅਸੀਂ ਤਿੰਨ ਮਹੀਨੇ ਜਦੋਂ ਇੱਥੇ ਜ਼ਿਆਦਾ ਗਰਮੀ ਹੁੰਦੀ ਸੀਗੀ,
ਜਾਂ ਜ਼ਿਆਦਾ ਠੰਡ ਹੁੰਦੀ ਸੀ ਉੱਥੇ ਚੱਲ ਜਾਣਾ, ਕਿਉਂਕਿ ਉੱਥੇ ਵੈਦਰ ਇੱਕੋ ਜਿਹਾ ਰਹਿੰਦਾ ਆ। ਸੋ ਪ੍ਰੈਕਟਿਸ ਕਰਕੇ ਸਪੈਸ਼ਲ ਜਾਂਦੇ ਸੀ। ਬਿਲਕੁਲ 3-3 ਮਹੀਨੇ ਉੱਥੇ, ਫਿਰ ਉੱਥੇ ਕੁਸ਼ਤੀਆਂ ਇਹਨਾਂ ਦੀਆਂ ਹੁੰਦੀਆਂ ਰਹਿੰਦੀਆਂ, ਵੱਡੀਆਂ ਵੱਡੀਆਂ ਕੁਸ਼ਤੀਆਂ ਵੱਜਦੀਆਂ ਹੈਗੀਆਂ। ਤੇ ਉੱਥੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਇੱਥੇ ਜਲੰਧਰ ਪੱਕੇ ਹੀ ਵਸ ਗਏ ਤੇ ਫਿਰ ਪੱਕਾ ਹੀ ਫਿਰ ਇੱਥੇ ਤੁਸੀਂ ਜਲੰਧਰ ਕਦੋਂ ਪਰਮਾਨੈਂਟ ਸ਼ਿਫਟ ਕੀਤਾ? ਪਹਿਲਾਂ ਤੇ ਬਾਹਰ ਰਹਿੰਦੇ ਸੀਗੇ ਇੱਥੇ, ਕਿਉਂਕਿ ਸਾਡਾ ਉਦੋਂ ਪੱਕਾ ਨਹੀਂ, ਕਦੀ ਦਿੱਲੀ ਚੱਲ ਜੀਦਾ ਕਦੀ ਕਿਤੇ। ਫਿਰ ਜਦੋਂ 1985 ਦੇ ਵਿੱਚ ਅਸੀਂ ਮਤਲਬ ਇੱਥੇ ਜਲੰਧਰ ਚ ਪੱਕੇ ਆਏ ਸੀ। ਅੱਛਾ, ਤੇ ਤੁਸੀਂ ਜਦੋਂ ਇੱਥੇ +1 ਤੇ +2 ਦੀ ਐਜੂਕੇਸ਼ਨ ਲੈ ਰਹੇ ਸੀ, ਉਸ ਪੀਰੀਅਡ ਵਿੱਚ ਤੁਸੀਂ ਪੰਜਾਬ ਵਾਸਤੇ ਨੈਸ਼ਨਲ ਖੇਡੇ ਨਾ? ਮੈਂ ਪੰਜਾਬ ਉਸ ਤੁਸੀਂ ਕਿਹੜੀ ਪਹਿਲੇ ਇਵੈਂਟ 'ਚ ਪਾਰਟਿਸਿਪੇਟ ਕੀਤਾ ਸੀ? ਪਹਿਲਾਂ ਤੇ ਮੈਂ ਪੰਜਾਬ ਦੇ ਵਿੱਚ ਚੈਂਪੀਅਨ ਬਣਿਆ। ਫਿਰ ਸਾਡੀ ਜਿਹੜੀ ਟੀਮ ਪੰਜਾਬ ਦੀ ਟੀਮ ਆ ਉਹਨਾਂ ਵਿੱਚ ਹੋਈ ਸੀ 1986 ਨੈਸ਼ਨਲ ਸੀ? ਨੈਸ਼ਨਲ ਅੱਛਾ ਜੀ, ਸਬ ਜੂਨੀਅਰ, ਠੀਕ ਹੈ। ਅੰਡਰ 17, ਔਰ ਉਸ ਦੇ ਵਿੱਚੋਂ ਵੀ ਮੈਂ ਚੈਂਪੀਅਨ ਬਣਿਆ। ਫਿਰ ਉਸ ਤੋਂ ਬਾਅਦ ਉਹੀ ਟੀਮ ਜਿਹੜੀ ਸੀ ਉਹਦਾ ਕੈਂਪ ਲੱਗਾ, ਔਰ ਕੈਂਪ ਲੱਗਣ ਤੋਂ ਬਾਅਦ ਫਿਰ ਹੋਈ ਸੀ ਕੈਨੇਡਾ ਵਿਖੇ ਹੋਈ ਸੀ 1987 ਦੇ ਵਿੱਚ ਵਰਲਡ ਚੈਂਪੀਅਨ। ਕੈਂਪ ਜਿਹੜਾ ਮਤਲਬ ਨੈਸ਼ਨਲ ਦੇ ਬਾਅਦ ਤੁਸੀਂ ਆਪਣਾ ਨੈਸ਼ਨਲ ਕੈਂਪ ਜਿਹੜਾ ਇੰਟਰਨੈਸ਼ਨਲ ਲੈਵਲ ਵਾਸਤੇ ਬੱਚਿਆਂ ਨੂੰ ਅੱਗੇ ਪ੍ਰਮੋਟ ਕੀਤਾ ਜਾਂਦਾ ਹੈ। ਹਾਂਜੀ, ਉਸ ਕੈਂਪ ਦੀ ਗੱਲ ਕਰ ਰਹੇ ਹਾਂ। ਬਿਲਕੁਲ। ਜਦੋਂ ਦੇਖੋ ਨਾ, ਜਦੋਂ ਉਹਦੇ 'ਚ ਕਿੰਨੇ ਮਤਲਬ ਕਿ ਆਪਾਂ ਜਿਹੜੇ ਇੰਡੀਆ ਲੈਵਲ ਤੇ ਜਿੱਦਾਂ ਸਾਡੀਆਂ ਸਟੇਟਾਂ ਹੈਗੀਆਂ, ਇਹਨਾਂ ਤੋਂ ਕਿੰਨੇ ਬੱਚੇ ਕਿਸ ਹਿਸਾਬ ਨਾਲ ਇਹ ਸਿਲੈਕਸ਼ਨ ਕਰਦੇ ਸੀ? ਪਹਿਲਾਂ ਤੇ ਜਦੋਂ ਨੈਸ਼ਨਲ ਹੁੰਦੀ ਉਹਦੇ ਵਿੱਚ ਸਾਰੀਆਂ ਸਟੇਟਾਂ ਜਿੱਦਾਂ ਇੰਡੀਆ ਤੇ ਹਿੰਦੁਸਤਾਨ ਦੀ ਹੁੰਦੀਆਂ, ਉਹ ਸਾਰੀਆਂ ਚੀਜ਼ਾਂ ਪਾਰਟਿਸਿਪੇਟ ਕਰਦੀਆਂ। ਉਹਦੇ ਵਿੱਚੋਂ ਜਿੱਦਾਂ ਫਸਟ, ਸੈਕੰਡ, ਥਰਡ ਜਿਹੜੇ ਆਉਂਦੇ ਆ ਉਹਨਾਂ ਨੂੰ ਫਿਰ ਚੁਣਿਆ ਜਾਂਦਾ ਵਾ ਕੈਂਪ ਵਾਸਤੇ। ਉਹ ਫਿਰ ਜਿੰਨੇ ਵੇਟ ਹੈ ਸਾਡੇ, ਜਦੋਂ ਉਹਨਾਂ ਟਾਈਮ ਦੇ ਵਿੱਚ 10 ਵੇਟ। ਅੱਛਾ, ਉਸ ਦੇ ਵਿੱਚ ਕੈਟਾਗਰੀਜ਼ ਹੈਗੇ ਆ ਆਪਣੇ ਆਪਣੇ ਅਲੱਗ-ਅਲੱਗ ਵੇਟ ਦੇ 10 ਵੇਟ ਹੁੰਦੇ ਆ ਨਾ। ਅੱਛਾ, 10 ਵੇਟ ਦੇ ਵਿੱਚ ਠੀਕ ਹੈ। ਤੇ 10 ਵੇਟਾਂ ਦੇ ਵਿੱਚੋਂ ਜਿੱਦਾਂ ਫਸਟ, ਸੈਕੰਡ, ਥਰਡ ਜਿਹੜੇ ਚੁਣੇ, ਉਹ 10 ਦੇ ਵਿੱਚੋਂ 30 ਬੱਚਿਆਂ ਦਾ ਕੈਂਪ ਲੱਗਦਾ ਹੈ। ਠੀਕ ਹੈ। ਤੇ ਉਹ ਕੈਂਪ ਨੂੰ ਉਹਨਾਂ ਨੂੰ ਪੂਰੀ ਪ੍ਰੈਕਟਿਸ ਕਰਾਉਂਦੇ ਆ, ਡਾਈਟ ਦਿੰਦੇ ਆ, ਜੋ ਵੀ ਉਹਦੇ ਵਾਸਤੇ ਅਗਲੇ ਕੰਪੀਟੀਸ਼ਨ ਜਿਹੜਾ ਵਰਲਡ ਚੈਂਪੀਅਨਸ਼ਿਪ ਉਹਦੇ ਵਾਸਤੇ ਤਿਆਰੀ ਕਰਵਾਉਂਦੇ ਆ। ਔਰ ਤਿਆਰੀ ਕਰਾਉਣ ਦੇ ਨਾਲ ਨਾਲ ਫਿਰ ਉਸ ਤੋਂ ਬਾਅਦ ਟ੍ਰਾਇਲ ਹੁੰਦੀ ਆ, ਫਿਰ ਦੁਬਾਰਾ ਫਾਈਨਲ। ਉਹਨਾਂ ਤਿੰਨਾਂ ਦੇ ਵਿੱਚੋਂ ਫਿਰ ਫਾਈਨਲ ਟ੍ਰਾਇਲ ਹੁੰਦੇ ਆ, ਔਰ ਟ੍ਰਾਇਲ ਤੋਂ ਬਾਅਦ ਫਿਰ ਜਿਹੜਾ ਫਸਟ ਆਉਂਦਾ ਵਾ ਉਹਨੂੰ ਫਿਰ ਬਾਹਰ ਜਦੋਂ ਟੀਮ ਜਾਂਦੀ ਆ, ਉਹਦੇ ਵਿੱਚੋਂ 10 ਪਹਿਲਵਾਨ ਸਿਰਫ ਇੱਕ ਜਿਹੜਾ ਫਸਟ ਹੁੰਦਾ ਜਾਂਦੇ ਆ। ਹਾਂ, ਇਸ ਪ੍ਰੋਸੈਸ ਨੂੰ ਮੈਂ ਬੜੀ ਅੱਛੀ ਤਰ੍ਹਾਂ ਜਾਣਦਾ। ਇਹ ਜਿਹੜਾ ਸਪੋਰਟਸਮੈਨ ਜੀ ਤੁਹਾਨੂੰ ਪਤਾ ਇਹਦੇ ਬਾਰੇ ਸਾਰਾ। ਇਹ ਪੀਰੀਅਡ ਜਿਹੜਾ ਸਟ੍ਰੈਸ ਭਰਿਆ ਪੀਰੀਅਡ ਪਲੇਅਰ ਵਾਸਤੇ ਬੜਾ ਲੈ ਕੇ ਉਹਦੇ ਵਾਸਤੇ ਤਿਆਰੀ ਕਰਦੇ ਸੀ। ਫਿਰ ਸਾਨੂੰ ਇਹ ਹੁੰਦਾ ਸੀ ਆਪਣਾ weight ਕੈਟਾਗਰੀ 'ਚ ਲੜਨਾ, weight ਵੀ ਵਧਣ ਦੇ ਸਕਦੇ, ਕਿਉਂਕਿ ਉਹ weight ਤੋਂ ਥੱਲੇ ਰੱਖਣਾ ਪੈਂਦਾ ਸੀਗਾ। ਤੇ ਉਹ ਸਾਡਾ ਮਹੀਨੇ, 1.5 ਮਹੀਨੇ ਦਾ ਕੈਂਪ ਜਦੋਂ ਲੱਗਦਾ ਆ, ਉਸ ਤੋਂ ਬਾਅਦ ਫਿਰ ਅਸੀਂ ਸਾਡੇ ਟ੍ਰਾਇਲ ਹੋਏ। ਟ੍ਰਾਇਲ ਦੇ ਵਿੱਚ ਜਿੱਦਾਂ ਮੈਂ ਫਸਟ ਆਇਆ, ਤੇ ਫਿਰ ਮੈਂ 1987 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਜਿਹੜਾ ਪਾਰਟਿਸਿਪੇਟ ਕੀਤਾ, ਉਹਦੇ ਵਿੱਚ ਮੇਰਾ ਵੀ ਵਰਲਡ ਚੈਂਪੀਅਨਸ਼ਿਪ ਵਿੱਚ ਮੇਰਾ ਪਹਿਲਾ ਗੋਲਡ। 87 ਦੇ ਵਿੱਚ ਤੁਸੀਂ ਮਤਲਬ ਇੰਟਰਨੈਸ਼ਨਲ ਲੈਵਲ ਤੇ ਪਾਰਟਿਸਿਪੇਟ ਕੀਤਾ, ਉਸ ਦੇ ਵਿੱਚ ਵੀ ਗੋਲਡ ਮੈਡਲ ਲਿਆ। ਇਹ ਆਪਣਾ ਵਰਲਡ ਲੈਵਲ ਤੇ ਸੀਗਾ? ਵਰਲਡ ਕੱਪ 'ਚ। ਤੇ ਕਿਹੜੇ weight ਵਿੱਚ ਤੁਸੀਂ? ਮੈਂ ਉਦੋਂ 82 82 ਦੇ। ਇਹ ਕਿੱਥੇ ਹੋਇਆ ਸੀ? ਇਹ ਕੈਨੇਡਾ ਵਿੱਚ ਹੋਈ ਸੀ, ਟੋਰਾਂਟੋ। ਉਹਦੇ 'ਚ ਆਪਣਾ ਗੋਲਡ ਹੈ। ਹਾਂਜੀ, ਉਹਦੇ ਵਿੱਚੋਂ ਗੋਲਡ ਸੀ। ਉਦੋਂ ਸਾਡੀ ਜਿਹੜੀ ਇੰਡੀਆ ਦੀ ਰੈਸਲਿੰਗ ਟੀਮ ਸੀ, ਉਹ ਪੂਰੇ ਵਰਲਡ ਦੇ ਵਿੱਚੋਂ ਚੈਂਪੀਅਨ ਆਈ ਸੀ। ਉਹਦੇ ਵਿੱਚ ਸਾਡੇ 3 ਗੋਲਡ, 5 ਸਿਲਵਰ ਔਰ 2 ਬ੍ਰੌਂਜ਼ ਸੀ। ਆਲ ਓਵਰ ਟਰੋਫੀ ਮਤਲਬ ਇੰਡੀਆ ਨੂੰ? ਹਾਂਜੀ, ਬਿਲਕੁਲ ਬਿਲਕੁਲ। ਫਸਟ ਟਾਈਮ ਸੀਗੀ ਜਦੋਂ ਸਾਡੀ ਸਬ ਜੂਨੀਅਰ ਦੇ ਵਿੱਚੋਂ ਵਰਲਡ ਦੇ ਟੀਮ ਚੈਂਪੀਅਨ। ਉਦੋਂ ਲੀਗ ਸਿਸਟਮ ਹੁੰਦਾ ਵੀ ਸਾਰਿਆਂ ਨਾਲ ਕੁਸ਼ਤੀਆਂ ਹੋਣੀਆਂ ਜੀ। ਇਹਨਾਂ ਦੀ ਕੁਸ਼ਤੀ ਹੋਈ ਜਾਪਾਨੀ ਦੇ ਨਾਲ। ਜਾਪਾਨੀ ਨਾਲ ਕੁਸ਼ਤੀ ਦੇ ਵਿੱਚ ਇਹਨਾਂ ਦੇ ਦੰਦ ਦਾ ਜਬਾੜਾ ਟੁੱਟ ਗਿਆ ਇਹਨਾਂ ਦਾ। ਤੇ ਉਦੋਂ ਜਦੋਂ ਉਹ ਕੁਸ਼ਤੀ ਛੱਡਣੀ ਪਈ ਇਹਨਾਂ ਨੂੰ, ਕਿਉਂਕਿ ਜੋ ਜਬਾੜਾ ਹੀ ਟੁੱਟ ਗਿਆ, ਬੰਦਾ ਜਦ ਉਹ ਛੱਡਣੀ ਪਈ ਕੁਸ਼ਤੀ, ਉਹ ਕੁਸ਼ਤੀ ਲੂਜ਼ ਹੋ ਗਈ। ਉਸ ਤੋਂ ਬਾਅਦ ਉਹਨਾਂ ਡਾਕਟਰ ਨੇ ਇੱਥੋਂ ਤੱਕ ਕਹਿਤਾ ਵੀ ਇਹ ਹਫਤਾ ਤੁਸੀਂ ਮੂੰਹ ਨੂੰ ਖੋਲ੍ਹਣਾ ਨਹੀਂ, ਬੰਨ੍ਹਤਾ ਜਬਾੜਾ ਵੀ ਕੁਛ ਨਹੀਂ ਕਰਨਾ ਤੁਸੀਂ। ਤੇ ਉਹ ਸਾਡੇ ਨਾਲ ਜਿਹੜੇ ਉਸਤਾਦ ਹੁੰਦੇ ਆ ਨਾ, ਚਾਚੀ ਦੇ ਟਾਈਮ ਵੀ ਉਹਨਾਂ ਦੇ ਉਸਤਾਦ ਸੀਗੇ ਨਾਲ, ਪੁਰਾਣੇ ਪਹਿਲਵਾਨ ਸੀ, ਉਹ ਉਹਨਾਂ ਨੂੰ ਪੁਰਾਣੇ ਕਿੱਸੇ ਸਿਖਾਉਂਦੇ ਸੀਗੇ ਵੀ ਅਸੀਂ ਕਿਹੜੀ ਕੌਮ 'ਚੋਂ ਆ। ਅਸੀਂ ਬਾਬਾ ਦੀਪ ਸਿੰਘ ਜੀ ਦੀ ਕੌਮ 'ਚੋਂ ਆ, ਜਿਨ੍ਹਾਂ ਨੇ ਆਪਣਾ ਸਿਰ ਕੱਟ ਕੇ ਹੱਥ ਤਲੀ ਤੇ ਰੱਖ ਕੇ ਜਿਹੜੇ ਉਹ ਲੜਦੇ ਰਹੇ ਖੰਡੇ ਨਾਲ। ਅਸੀਂ ਉਹ ਕੌਮ ਦੇ ਵਿੱਚੋਂ ਆ। ਅਸੀਂ ਉਹ ਤਾਂ ਬਣ ਨਹੀਂ ਸਕਦੇ, ਲੇਕਿਨ ਅਸੀਂ ਉਸ ਕੌਮ ਦੇ ਹੀਰੇ ਆ। ਅਸੀਂ ਉਹਨਾਂ ਦੇ ਰਾਹ ਤੇ ਕਿਉਂ ਨਹੀਂ ਚੱਲ ਸਕਦੇ? ਉਹਨਾਂ ਨੂੰ ਕਿੱਸੇ ਸੁਣਾਏ ਤੇ ਉਹ ਰਾਤ ਸਾਰੀ ਕੱਢ ਕੇ ਟੀਕੇ ਵਗੈਰਾ ਲਾ ਕੇ ਅਗਲੇ ਦਿਨ ਰਾਨੀ ਨਾਲ ਕੁਸ਼ਤੀ ਲੜੇ। ਜਿਹੜੇ ਰਾਨੀ ਦਾ ਭਾਰ ਉਦੋਂ 130 ਕਿਲੋ ਹੁੰਦਾ ਸੀਗਾ। 130 ਕਿਲੋ ਪੂਰਾ ਭਾਰ ਸੀ ਇਹਦਾ, ਤੇ ਇਹਨਾਂ ਦਾ ਭਾਰ 100 ਕਿਲੋ ਸੀਗਾ। ਇਹ ਓਪਨ ਕੈਟਾਗਰੀ ਜਦੋਂ 100 ਤੋਂ ਉੱਪਰ ਹੋ ਜਾਂਦਾ 102 ਕਿਲੋ ਹੋ ਜਾਂਦਾ, ਤੇ ਉਹ ਫਿਰ ਓਪਨ ਦੇ ਵਿੱਚ ਆ ਜਾਂਦਾ। ਤੇ ਉਹਨਾਂ ਦਾ ਉਹਦਾ ਪੂਰਾ ਸੀਗਾ। ਅੱਛਾ, ਉਹ ਕੁਸ਼ਤੀ ਲੜੇ, ਔਰ ਉਹ ਕੁਸ਼ਤੀ ਲੜੇ, ਉਹਨੂੰ ਜਿੱਤਿਆ। ਉਹਦੀ ਜਦੋਂ ਚਿੱਤ ਕਰਕੇ ਉਹਨੂੰ ਛਾਤੀ ਤੇ ਬੈਠੇ ਤੇ ਇਦਾਂ ਕਰਕੇ ਫੋਟੋ, ਅਜੇ ਵੀ ਸਾਡੇ ਕੋਲ ਫੋਟੋ ਹੈਗੀ ਆ। ਉਹ ਜਦੋਂ ਫੋਟੋ ਖਿੱਚੀ ਨਾ, ਤੇ ਉਹਦੀ ਨਾਲ ਉਹਦੀ ਗਰਲਫ੍ਰੈਂਡ ਸੀਗੀ, ਉਹ ਇਰਾਨੀ ਦੀ, ਮਤਲਬ ਉਹਦੀ ਮੰਗੇਤਰ ਸੀਗੀ, ਉਹ ਨਾਲ ਆਈ ਸੀਗੀ। ਉਹ ਫੋਟੋਗ੍ਰਾਫਰ ਨੇ ਜਦੋਂ ਫੋਟੋ ਖਿੱਚੀ ਨਾ, ਉਹਦੇ ਚਪੇੜ ਮਾਰੀ ਉਹਨੇ ਵੀ ਤੂੰ ਫੋਟੋ ਕਿਉਂ ਖਿੱਚ ਰਿਹਾ,
ਓਕੇ ਮਤਲਬ ਉਹ ਇੰਨਾ ਮਤਲਬ ਉਹਨੂੰ ਬੇਇੱਜ਼ਤੀ ਮਸਾਈ, ਉਹ ਐਡਾ ਤਗੜਾ ਪਹਿਲਵਾਨ ਸੀਗਾ। ਤੇ ਉਹ ਮਤਲਬ ਮੈਂ ਉਹ ਮੇਰੇ ਮਨ 'ਚ ਵੀ ਉਹ ਵੀ ਜੇ ਉਹ ਦੰਦ ਟੁੱਟੇ ਜਬਾੜ ਟੁੱਟੇ ਨਾਲ ਲੜ ਸਕਦੇ ਤੇ ਅਸੀਂ ਕਿਉਂ ਨਹੀਂ ਦੁਬਾਰਾ ਉੱਠ ਸਕਦੇ ਕਰ ਸਕਦੇ। ਇਸ ਕਰਕੇ ਉਹ ਸਾਨੂੰ ਜਿਹੜੀਆਂ ਸਿੱਖਿਆ ਤਾਂ ਉਹ ਸਾਨੂੰ ਮਜ਼ਬੂਤ ਕਰਦੀਆਂ ਸੀ ਸਾਨੂੰ। ਤੇ ਇਸ ਤਰ੍ਹਾਂ ਮਤਲਬ ਇਹ ਹੈ ਵੀ ਉਹ ਚੀਜ਼ਾਂ ਬੜੀਆਂ ਕਾਊਂਟ ਕਰਦੀਆਂ ਵਾ ਇਹਨਾਂ ਚੀਜ਼ਾਂ ਲਾਈਫ ਦੇ ਵਿੱਚ। ਤੇ ਇਸ ਕਰਕੇ ਉਹ ਫਿਰ ਜਿਹੜਾ ਪੀਕ ਟਾਈਮ ਨਿਕਲ ਗਿਆ, ਲੇਕਿਨ ਫਿਰ ਵੀ ਕੋਸ਼ਿਸ਼ ਕੀਤੀ ਵੀ ਅਸੀਂ ਜਿੰਨਾ ਕੁਛ ਕਰ ਸਕਦੇ ਹੋਰ ਵੀ ਕਰੀਏ, ਔਰ ਕੀਤਾ। ਪਰਮਾਤਮਾ ਨੇ ਬੜਾ ਵਧੀਆ ਸਾਰਾ ਕੁਛ ਬਾਅਦ 'ਚ ਦਿੱਤਾ ਆ। ਤੇ ਜੋਬ ਮਿਲੀ ਆ, ਸਪੋਰਟਸ ਕਰਕੇ ਮਿਲੀ ਆ ਸਾਨੂੰ ਸਾਰੀ। ਪਹਿਲਾਂ ਪੁਲਿਸ ਦੇ ਵਿੱਚ ਹੀ ਸੀ, ਪੁਲਿਸ 'ਚੋਂ ਛੱਡ ਕੇ ਫਿਰ ਆਪਣੇ ਕਸਟਮ ਡਿਪਾਰਟਮੈਂਟ 'ਚ ਆ ਗਏ ਹਾਂ। ਸਪੋਰਟਸ ਕੋਟੇ ਜਦੋਂ ਮੇਰਿਟ ਨਿਕਲੀ ਸੀਗੀ ਉਦੋਂ ਪੋਸਟ ਇੱਕ, ਉੱਥੋਂ ਫਿਰ ਮੈਂ ਜੁਆਇਨ ਕਰਕੇ ਫਿਰ 98 'ਚ ਦੁਬਾਰਾ। ਵੈਸੇ ਤਾਂ ਹਰ ਸਪੋਰਟਸਮੈਨ ਦੀ ਜਿਹੜੀ ਲਾਈਫ ਹੈ ਬੜੀ ਸਟਰਗਲ ਭਰੀ ਹੈ ਜੀ ਬਿਲਕੁਲ, ਠੀਕ ਹੈ ਜੀ। ਤੇ ਇੱਕ ਭਲਵਾਨ ਵਾਸਤੇ ਕਹਿੰਦੇ ਵੀ ਬੜਾ ਡਿਸਪਲਿਨ 'ਚ ਰਹਿਣਾ ਪੈਂਦਾ ਹੈ। ਬਿਲਕੁਲ ਜੀ। ਉਹ ਡਿਸਪਲਿਨ ਬਾਰੇ ਕੁਝ ਗੱਲਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਜੀ। ਦੇਖੋ ਜੀ, ਸਭ ਤੋਂ ਪਹਿਲਾਂ ਤੇ ਕੋਈ ਵੀ ਸਪੋਰਟਸ ਹੈਗੀ ਆ ਉਹ ਡਿਸਪਲਿਨ ਤੋਂ ਮਤਲਬ ਜੇ ਰਹੋਗੇ ਤੇ ਤੁਸੀਂ ਚੰਗੇ ਸਪੋਰਟਸਮੈਨ ਬਣੋਗੇ। ਜੇ ਤੁਹਾਡਾ ਡਿਸਪਲਿਨ ਨਹੀਂ, ਤੁਸੀਂ ਰਾਤ ਨੂੰ ਚੰਗੀ ਤਰ੍ਹਾਂ ਖਾਣਾ ਨਹੀਂ ਆ, ਚੰਗੀ ਤਰ੍ਹਾਂ ਸੌਣਾ ਨਹੀਂ ਆ, ਚੰਗੀ ਤਰ੍ਹਾਂ ਤੁਸੀਂ ਖੇਲਣਾ ਨਹੀਂ, ਤੇ ਉਹ ਮਤਲਬ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਤੇ ਹਰ ਗੇਮ ਦੇ ਵਿੱਚ ਮੈਂ ਹਰ ਬੱਚੇ ਨੂੰ ਕਹਿੰਦਾ, ਹਰ ਮੈਂ ਸਪੋਰਟਸਮੈਨ ਨੂੰ ਕਹਿੰਦਾ ਵੀ ਪਹਿਲਾਂ ਤਾਂ ਆਪਣਾ ਡਿਸਪਲਿਨ ਜਿਹੜਾ ਹੈਗਾ ਤੁਹਾਡਾ ਉਹ ਸਹੀ ਕਰੋ। ਔਰ ਉਸ ਤੋਂ ਬਾਅਦ ਜਿਹੜੀ ਹੈਗੀ ਰੈਸਲਿੰਗ ਦੀ ਗੱਲ ਕਰਦੇ ਹਾਂ, ਰੈਸਲਿੰਗ ਦੇ ਵਿੱਚ ਤੇ ਹੋਰ ਜ਼ਿਆਦਾ ਮਤਲਬ ਕਰਨਾ ਪੈਂਦਾ, ਕਿਉਂਕਿ ਸਾਡੇ ਪਹਿਲਾਂ ਜਦੋਂ ਅਖਾੜਿਆਂ 'ਚ ਪਹਿਲਵਾਨੀ ਹੁੰਦੀ ਸੀ, ਪੁਰਾਣੇ ਪਹਿਲਵਾਨ ਬਹੁਤ ਵੱਡੇ ਪਹਿਲਵਾਨ ਹੈ, ਦਾਰਾ ਗਾਮਾ ਜੀ, ਦਾਰਾ ਜੀ, ਬਹੁਤ ਗੁਲਾਮ ਜੀ, ਬਹੁਤ ਤਗੜੇ ਪਹਿਲਵਾਨ ਹੋਏ ਆ। ਉਹ ਸਾਨੂੰ ਗੁਰ ਜਿਹੜਾ ਸਿਖਾਉਂਦੇ ਵੀ ਪਹਿਲਾਂ ਸਭ ਤੋਂ ਪਹਿਲਾਂ ਤੇ ਜਿਹੜੀ ਹੈਗੀ ਆ ਵੱਡੇ ਦਾ ਆਦਰ ਕਰਨਾ, ਉਹਦੇ ਪੈਰੀਂ ਹੱਥ ਲਾਉਣਾ, ਤੇ ਉਹਨਾਂ ਦੀ ਸ਼ਰਮ, ਉਸਤਾਦ ਦੀ ਸ਼ਰਮ, ਉਹਨਾਂ ਦਾ ਦਬਕਾ, ਉਹਨਾਂ ਦਾ ਮਤਲਬ ਹਰ ਚੀਜ਼ ਉਹਨਾਂ ਦਾ ਮਤਲਬ ਹੁੰਦਾ ਸੀ, ਡਰ ਹੁੰਦਾ ਸੀਗਾ। ਤੇ ਉਹ ਪਹਿਲਵਾਨ ਜੇ ਉਹ ਬਾਹਰ ਜਦੋਂ, ਕਿਉਂਕਿ ਜੇ ਪਹਿਲਵਾਨੀ ਕਰਨੀ ਹੈ, ਜ਼ੋਰ ਕਰਨੇ 2 ਘੰਟੇ 2.5 ਘੰਟੇ ਟਾਈਮ ਲਾਉਣਾ ਵਾ, ਫਿਰ ਤੁਸੀਂ ਜਾ ਕੇ ਰੈਸਟ ਵੀ ਕਰਨੀ ਪੈਣੀ ਤੁਹਾਨੂੰ। ਰੈਸਟ ਕਰੋਗੇ ਤੇ ਸ਼ਾਮ ਦੀ ਫਿਰ ਸ਼ਾਮ ਦੀ ਕਰਨੀ ਆ, ਉਹ ਜ਼ਰੂਰੀ ਆ। ਤੇ ਗੱਲਾਂ ਉਹ ਡਿਸਪਲਿਨ ਦੇ ਬਾਹਰ ਲੈ ਕੇ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਆਮ ਤੌਰ ਤੇ ਜਿਹੜਾ ਇੱਕ ਨੈਸ਼ਨਲ ਲੈਵਲ ਤੋਂ ਖਿਡਾਰੀ ਜਦੋਂ ਰੈਸਲਿੰਗ ਤੁਹਾਡੀ ਭਲਵਾਨੀ ਵਿੱਚ ਪ੍ਰੋਫੈਸ਼ਨਲੀ ਆ ਜਾਂਦਾ ਹੈ, ਜਿਹਦਾ ਏਮ ਹੈ ਕਿ ਅੱਗੇ ਜਾ ਕੇ ਉਹਨੇ ਦੇਸ਼ ਵਾਸਤੇ ਖੇਡਣਾ ਹੈ ਜਾਂ ਆਪਣਾ ਨਾਮ ਦੁਨੀਆ ਵਿੱਚ ਵਧਾਉਣਾ ਹੈ, ਤੇ ਉਹ ਕਿੰਨੀ ਕੁ ਟਾਈਮ ਪ੍ਰੈਕਟਿਸ ਉਹਨੂੰ ਜ਼ਰੂਰੀ ਹੈ ਤੇ ਕਿੰਨੀ ਦੇਰ ਉਹਨੂੰ ਕਰਨੀ ਚਾਹੀਦੀ ਹੈ? ਦੇਖੋ ਜੀ, ਪ੍ਰੈਕਟਿਸ ਤੇ ਜਿਹੜੀ ਹੈਗੀ ਆ ਰੈਸਲਿੰਗ ਦੇ ਵਿੱਚ ਜਿੰਨੀ ਵੀ ਕਰ ਲਓ ਉਨੀ ਘੱਟ ਆ ਜੀ, ਕਿਉਂਕਿ ਰੈਸਲਿੰਗ ਇੱਕ ਇੱਦਾਂ ਦੀ ਚਾਹੀਦੀ ਹੈ, ਇਹਦੇ ਵਾਸਤੇ ਤੁਹਾਨੂੰ ਸਟੈਮਿਨਾ ਬਹੁਤ ਚਾਹੀਦਾ ਜੀ, ਫੁਰਤੀ ਚਾਹੀਦੀ ਆ ਜੀ, ਟੈਕਨੀਕ ਚਾਹੀਦੀ ਆ ਜੀ, ਮਤਲਬ ਐਂਡੋਰੈਂਸ ਚਾਹੀਦੀ, ਹਰ ਚੀਜ਼ ਉਹਦੇ ਵਿੱਚ ਚਾਹੀਦੀ। ਹਰ ਬਾਕੀ ਗੇਮਾਂ 'ਚ ਵੀ ਚਾਹੀਦਾ, ਲੇਕਿਨ ਸਪੋਰਟਸ ਜਿਹੜੀ ਰੈਸਲਿੰਗ ਮੈਨ ਟੂ ਮੈਨ ਆ ਜੀ, ਜਿੱਦਾਂ 2 ਪਹਿਲਵਾਨਾਂ ਲੜਨਾ, ਜਿਹੜਾ ਪਹਿਲਵਾਨ ਥੋੜਾ ਜਿਹਾ ਢਿੱਲਾ ਪੈ ਗਿਆ ਦੂਸਰੇ ਨੇ ਦਾ ਮਾਰਨਾ, ਤਾਂ ਹੋਇਆ। ਇਸ ਕਰਕੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੇ ਇਹ ਬਹੁਤ ਜ਼ਰੂਰੀ ਆ ਵੀ ਜਿੰਨੀ ਮਿਹਨਤ ਤੁਸੀਂ ਕਰ ਲਓਗੇ। ਅਸੀਂ ਜਦੋਂ ਸ਼ੁਰੂ 'ਚ ਕੀਤੀ ਉਦੋਂ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਲਾਉਣੇ। ਫਿਰ ਜਦੋਂ ਸਾਡੇ ਕੈਂਪ ਲੱਗਦੇ ਸੀ, ਕੈਂਪ ਦੇ ਵਿੱਚ 3 ਟਾਈਮ ਪ੍ਰੈਕਟਿਸ ਕਰਾਉਂਦੇ ਸੀ। ਪਹਿਲਾਂ ਸਵੇਰੇ 7 ਤੋਂ 9, ਫਿਰ ਜਾ ਕੇ ਬ੍ਰੇਕਫਾਸਟ ਕਰਨਾ, ਫਿਰ ਬ੍ਰੇਕਫਾਸਟ ਤੋਂ ਬਾਅਦ ਫਿਰ 12 ਤੋਂ ਫਿਰ 2 ਵਜੇ ਤੱਕ, ਫਿਰ ਲੰਚ ਕਰਨਾ, ਲੰਚ ਤੋਂ ਬਾਅਦ ਫਿਰ ਸ਼ਾਮ ਨੂੰ ਪ੍ਰੈਕਟਿਸ। ਮਤਲਬ 3 ਟਾਈਮ ਪ੍ਰੈਕਟਿਸ ਹੁੰਦੀ, ਕਿਉਂਕਿ ਫੋਰਨਰ ਕੋਚ ਸੀਗੇ, ਉਹ ਆਪਣੇ ਸ਼ਡਿਊਲ ਦੇ ਹਿਸਾਬ ਨਾਲ ਕਰਵਾਉਂਦੇ ਹੁੰਦੇ ਸੀਗੇ। 3 ਟਾਈਮ ਵੀ ਕਰਦੇ ਆ। ਜਦੋਂ ਫਿਰ ਅਸੀਂ ਆਪਣੇ ਇੱਥੇ ਆ ਜਾਣਾ, ਆਪਣੇ ਜਦੋਂ ਕੈਂਪ ਖਤਮ ਹੋ ਜਾਣੇ ਘਰ ਆ ਜਾਣਾ, ਫਿਰ ਅਸੀਂ ਜਾਂ ਦਿੱਲੀ ਅਖਾੜੇ ਦੇ ਵਿੱਚ ਹੁੰਦੇ ਸੀਗੇ। ਗੁਰੂ ਜੀ ਸਾਡੇ ਗੁਰੂ ਹਨੂਮਾਨ ਜੀ ਦੇ ਅਖਾੜੇ ਮੈਂ ਰਿਹਾ ਵਾਂ ਬਹੁਤ, ਚਾਚੇ ਜੀ ਦੇ ਨਾਲ, ਬੜਾ ਫੇਮਸ, ਬਹੁਤ ਫੇਮਸ ਸੀ ਜੀ। ਉਸ ਗੁਰੂ ਹਨੂਮਾਨ ਜੀ ਦੇ ਅਖਾੜੇ ਦੀ ਜਿਹੜੀ ਇੱਕ ਇੰਡੀਆ ਦੀ ਟੀਮ ਹੁੰਦੀ ਸੀ, ਜਿਹਦੇ ਵਿੱਚ ਕਿ 10 ਵੇਟ ਹੁੰਦੇ ਸੀ, 10 ਵੇਟਾਂ ਦੇ ਵਿੱਚੋਂ 9 ਪਹਿਲਵਾਨ ਗੁਰੂ ਹਨੂਮਾਨ ਅਖਾੜੇ ਦੇ ਹੁੰਦੇ ਸੀਗੇ। ਇੰਨਾ ਮਤਲਬ ਤਗੜਾ ਅਖਾੜਾ ਚੱਲਦਾ ਸੀਗਾ। ਤੇ ਉਹ ਮੈਂ ਗੱਲ ਕਰ ਰਿਹਾ ਵੀ ਉਹਨਾਂ ਨੇ ਸਵੇਰੇ 4 ਵਜੇ ਪਹਿਲਾਂ ਉਠਾ ਦੇਣਾ। ਠੀਕ ਹੈ ਜੀ। 4 ਵਜੇ ਉਠਾ ਕੇ ਜਿੰਨੇ ਪਹਿਲਵਾਨ, ਉਹਨਾਂ ਡੰਡਾ ਹੁੰਦਾ ਸੀਗਾ, ਉਹਨੂੰ ਖੜਕਾ ਦੇਣਾ। ਸਾਰੇ ਜਿਹੜੇ ਮਤਲਬ ਦੌੜਦੇ ਹੀ ਭੱਜ ਗਏ ਵੀ ਆਪਣਾ ਫਰੈਸ਼ ਹੋ ਕੇ, ਤੇ ਇੱਕ ਪਹਾੜੀ ਆ ਉੱਥੋਂ 3-4 ਕਿਲੋਮੀਟਰ ਦੂਰ। ਇਹ ਆਪਣਾ ਜਿਹੜਾ ਹਨੂਮਾਨ ਅਖਾੜਾ ਹੈ, ਇਹ ਦਿੱਲੀ ਐਂਟਰ ਕਰਦੇ ਹੋਏ ਨਹੀਂ, ਉਹ ਆਜ਼ਾਦਪੁਰ ਆ। ਇਹ ਹੈਗਾ ਜਿਹੜਾ ਹੈਗਾ ਘੰਟਾ ਘਰ ਹੈਗਾ ਨਾ, ਸਬਜ਼ੀ ਮੰਡੀ ਘੰਟਾ ਘਰ, ਉੱਥੇ ਆਏ ਅਖਾੜਾ ਗੁਰੂ ਹਨੂਮਾਨ ਜੀ ਦਾ। ਉੱਥੋਂ 2-3 ਕਿਲੋਮੀਟਰ ਤੇ ਪਹਾੜੀ ਆ ਇੱਕ, ਉਹ ਪਲੇਨ ਆ ਸਾਰੀ, ਉੱਤੇ ਅੱਗੇ ਜਾ ਕੇ ਥੋੜੀ ਜਿਹੀ ਪਹਾੜੀ ਆ। ਉਹ ਗੁਰੂ ਜੀ ਪਹਿਲਾਂ ਠਾਉਂਦੇ ਸਾਰਿਆਂ ਨੂੰ, ਸਵੇਰੇ ਸਾਰੇ ਦੌੜਦੇ ਸੀ ਉੱਥੇ ਪਹਾੜੀ ਚੜ੍ਹ ਕੇ, ਉੱਥੋਂ ਪਹਾੜੀ ਤੋਂ ਫਿਰ ਸਪ੍ਰਿੰਟਾਂ ਉੱਪਰ ਥੱਲੇ ਲਾਉਣੀਆਂ, ਤੇ ਉਸ ਤੋਂ ਬਾਅਦ ਫਿਰ ਆਣ ਕੇ ਕੁਛ ਖਾ ਪੀ ਕੇ ਫਿਰ ਸੌਂ ਜਾਂਦੇ ਸੀਗੇ। ਫਿਰ ਜਿੱਦਾਂ ਪਹਿਲਵਾਨਾਂ ਦੇ ਮਤਲਬ ਟਾਈਮ ਹੁੰਦਾ ਸੀ, ਪਹਿਲਾਂ ਛੋਟਿਆਂ ਨੇ ਕਰਨਾ, ਫਿਰ ਉਸ ਤੋਂ ਬਾਅਦ ਕਰਨਾ, ਫਿਰ ਇੱਦਾਂ ਕਰਨਾ। ਉਸ ਤੋਂ ਬਾਅਦ ਫਿਰ ਜਿਹੜੇ ਵੱਡੇ ਪਹਿਲਵਾਨ ਸੀ ਉਹਨਾਂ ਨੇ ਫਿਰ
ਉਦੋਂ ਕਿਉਂਕਿ ਪਹਿਲਵਾਨ ਜ਼ਿਆਦਾ ਹੁੰਦੇ ਸੀਗੇ, ਉਹ ਟਾਈਮ ਉਸ ਹਿਸਾਬ ਨਾਲ ਹੁੰਦਾ ਸੀ ਜਿੱਦਾਂ ਵੀ ਉਹ ਜ਼ੋਰ ਕਰਾਉਣੇ, ਅਖਾੜਾ ਇੱਕ ਹੁੰਦਾ ਸੀਗਾ। ਤੇ ਇਸ ਕਰਕੇ ਮਤਲਬ ਉਹ ਸਵੇਰੇ ਪਹਿਲਾਂ ਦੌੜ ਲਾਉਣੀ, ਫਿਰ ਕਰਨੀ, ਫਿਰ ਸ਼ਾਮ ਦੀ ਪ੍ਰੈਕਟਿਸ ਫਿਰ ਕਰਨੀ, 3 ਟਾਈਮ ਕਰਦੇ ਰਹੇ ਸੀ। ਪ੍ਰੈਕਟਿਸ ਬਹੁਤ ਜ਼ਰੂਰੀ ਆ। ਤੁਸੀਂ ਆਪਣਾ ਜਦੋਂ ਤੁਸੀਂ ਪ੍ਰੋਫੈਸ਼ਨਲੀ ਖੇਲਦੇ ਰਹੇ ਜੀ। ਆਪਣਾ ਇੰਟਰਨੈਸ਼ਨਲ ਲੈਵਲ ਤੇ ਵੀ ਖੇਲੇ ਹੋ ਜੀ। ਠੀਕ ਹੈ ਜੀ, ਤੇ ਤੁਸੀਂ ਕਦੀ ਕਬੱਡੀ ਵਿੱਚ ਵੀ ਪਾਰਟਿਸਿਪੇਟ ਕੀਤਾ? ਕਿਉਂਕਿ ਰੈਸਲਿੰਗ ਦੇ ਇਲਾਵਾ ਜਿਹੜੀ ਕਬੱਡੀ ਪ੍ਰੋਫੈਸ਼ਨਲ ਚੱਲਦੀ ਹੈ ਇਹਦੇ 'ਚ ਪੈਸਾ ਬਹੁਤ ਹੈ। ਹਾਂਜੀ ਤੇ ਬਿਲਕੁਲ। ਉਹਦੇ ਵਿੱਚ ਤੁਸੀਂ ਕਦੀ ਸੋਚਿਆ ਕਦੀ ਟਰਾਈ ਕਰਨ ਦੀ, ਜਾਂ ਕੋਈ ਇਦਾਂ ਮਨ 'ਚ ਤੁਹਾਡੇ ਖਿਆਲ ਆਇਆ ਹੋਵੇ ਵੀ ਮੈਂ ਕਬੱਡੀ ਵਿੱਚ ਪਾਰਟਿਸਿਪੇਟ ਕਰਾਂ, ਪ੍ਰੋਫੈਸ਼ਨਲੀ ਖੇਡਾਂ? ਜਾਂ ਜਿੱਦਾਂ ਹੁਣ ਫੋਰਨ ਦੇ ਵਿੱਚ ਕੈਨੇਡਾ, ਅਮਰੀਕਾ ਕਾਫੀ ਕਬੱਡੀਜ਼ ਦੇ ਸੀਜ਼ਨ ਚੱਲਦੇ ਰਹਿੰਦੇ ਆ, ਤੇ ਉਹਨਾਂ ਨੂੰ ਫਾਈਨੈਂਸ਼ੀਅਲੀ ਬਹੁਤ ਉੱਧਰੋਂ ਦੀ ਸਪੋਰਟ ਮਿਲ ਜਾਂਦੀ ਹੈ, ਐਡ ਬੜੀ ਮਿਲ ਜਾਂਦੀ ਹੈ। ਹਾਂਜੀ ਬਿਲਕੁਲ। ਐਕਚੁਅਲੀ ਜਦੋਂ ਸ਼ੁਰੂਆਤ ਤੁਹਾਨੂੰ ਦੱਸਿਆ, ਮੈਂ ਸ਼ੁਰੂਆਤ ਕੀਤੀ ਸਕੂਲ ਲੈਵਲ ਤੇ ਉਦੋਂ ਮੈਂ ਆਪਣੇ ਸਕੂਲ ਤੇ ਨੈਸ਼ਨਲ ਸਟਾਈਲ ਜਿਹੜੀ ਕਬੱਡੀ ਸੀ ਜੀ ਉਹ ਮੈਂ ਖੇਲਦਾ ਰਿਹਾ ਜੀ। ਤੇ ਉਸ ਤੋਂ ਬਾਅਦ ਜਦੋਂ ਪਹਿਲਵਾਨੀ ਵੱਲ ਆ ਗਿਆ ਫਿਰ, ਤੇ ਪਹਿਲਵਾਨੀ ਦੇ ਐਕਚੁਅਲੀ ਕਬੱਡੀ ਇਦਾਂ ਦੀ ਗੇਮ ਆ, ਜੇ ਤੁਸੀਂ ਪਹਿਲਵਾਨੀ ਕਰਨੀ ਆ ਨਾ ਤੇ ਕਬੱਡੀ ਦੇ ਵਿੱਚ ਸੱਟ ਲੱਗਣ ਦਾ ਬਹੁਤ ਡਰ ਲੱਗਦਾ ਸੀਗਾ, ਕਿਉਂਕਿ ਉਹਦੇ ਵਿੱਚ ਕੈਂਚੀ ਵਗੈਰਾ ਮਾਰਦੇ ਸੀ। ਜੀ ਜੀ। ਤਾਂ ਅਸੀਂ ਜਦੋਂ ਵੈਸੇ ਵੀ ਜੇ ਕੋਈ ਕਿਸੇ ਨੇ ਗੇਮ ਕਰਨੀ ਨਾ, ਫੋਕਸ ਇੱਕ ਗੇਮ ਤੇ ਤੁਸੀਂ ਰੱਖੋਗੇ ਤੇ ਤੁਸੀਂ ਕਾਮਯਾਬ ਹੋਗੇ। ਜੇ ਤੁਸੀਂ ਕਬੱਡੀ ਵੀ ਨਾਲ ਰੈਸਲਿੰਗ ਕਰੋਗੇ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ 2 ਗੇਮਾਂ ਦੇ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਇਸ ਕਰਕੇ ਮੈਂ ਟਰਾਈ ਨਹੀਂ ਕੀਤੀ। ਹਾਂ, ਮੈਂ ਆਪਣੇ ਡਿਪਾਰਟਮੈਂਟ ਵੱਲੋਂ ਜਦੋਂ ਮੇਰਿਟ ਹੁੰਦਾ ਸੀਗਾ ਉਦੋਂ ਆਪਣੇ ਡਿਪਾਰਟਮੈਂਟ ਦੀ ਕਬੱਡੀ ਰੈਵਨਿਊ ਸਪੋਰਟਸ ਮੀਟ ਦੇ ਵਿੱਚ ਉਹਦੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਰਿਹਾ। ਔਰ ਮੈਂ ਇਕੱਲਾ ਹੀ ਜਿਤਾਉਂਦਾ ਰਿਹਾ ਸਾਰੀ ਟੀਮ ਨੂੰ। ਅਸੀਂ ਦੇਖਦੇ ਰਹੇ ਤੁਹਾਨੂੰ। ਤੇ ਮਤਲਬ ਉਹ ਸ਼ੌਕੀਆ ਸੀਗਾ। ਜੀ ਜੀ। ਪਰ ਇਹ ਆ ਵੀ ਜਿਹੜਾ ਗੇਮ ਜਿਹੜੇ ਤੁਸੀਂ ਇੱਕ ਜਿਹੜੀ ਚੁਣੀ ਆ ਉਹਦੇ ਵਿੱਚ ਫੋਕਸ ਰੱਖੋਗੇ ਤੁਸੀਂ ਕਾਮਯਾਬ ਹੋ ਸਕਦੇ। ਮਤਲਬ ਤੁਸੀਂ ਕਦੀ ਡਬਲ ਮਾਈਂਡਡ ਨਹੀਂ ਹੋਏ? ਨਹੀਂ, ਡਬਲ ਮਾਈਂਡਡ ਨਹੀਂ ਆ। ਡਬਲ ਮਾਈਂਡਡ ਹੋਣਾ ਵੀ ਨਹੀਂ ਚਾਹੀਦਾ ਵਾ। ਡਬਲ ਮਾਈਂਡਡ ਜਿਹੜਾ ਬੰਦਾ ਹੋਇਆ ਉਹ ਕਾਮਯਾਬ ਨਹੀਂ ਹੋ ਸਕਦਾ। ਆਪਾਂ ਗੱਡੀ ਵੀ ਚਲਾਉਣੇ ਆ, ਆਪਾਂ ਗੱਡੀ ਕ੍ਰਾਸ ਕਰਨਾ ਵਾ, ਅੱਗੋਂ ਆ ਰਹੀ ਆ ਗੱਡੀ, ਜੇ ਡਬਲ ਮਾਈਂਡਡ ਹੋ ਗਏ ਤਾਂ ਐਕਸੀਡੈਂਟ ਹੋਵੇਗਾ। ਇਦਾਂ ਹੀ ਇੱਕ ਸਪੋਰਟਸ ਆ ਵੀ ਸਪੋਰਟਸ ਡਬਲ ਮਾਈਂਡਡ ਹੋ ਗਿਆ ਤੇ ਆਪਣਾ, ਜੇ ਮੈਂ ਹੁਣ ਕੋਈ ਦਾ ਮਾਰਨਾ ਆ, ਸਮਝ ਲਾ ਮੈਂ ਕਹਿੰਦਾ ਅਟੈਕ ਕਰਨਾ ਆ, ਤੇ ਮੈਂ ਸੋਚਿਆ ਅਟੈਕ ਕਰਾਂ ਕਿ ਨਾ ਕਰਾਂ, ਜੇ ਮੈਂ ਉਹਦੇ ਵਿੱਚ ਹੀ ਉਲਝ ਗਿਆ ਤੇ ਫਿਰ ਮੈਂ ਫੇਲ ਹੋ ਜਾਵਾਂਗਾ। ਇਸ ਕਰਕੇ ਡਬਲ ਮਾਈਂਡਡ ਦਾ ਕੰਮ ਨਹੀਂ ਹੈ। ਤੇ ਦਿਮਾਗ ਜਿਹੜਾ ਹੈਗਾ ਉਹ ਮਤਲਬ ਸਕਿੰਟ ਦਾ 100ਵਾਂ ਹਿੱਸਾ ਕੰਮ ਕਰਦਾ ਵੀ ਕੰਮ ਹੋ ਗਿਆ ਨਹੀਂ ਹੋ ਗਿਆ, ਬਸ ਆਹ ਇੱਕ ਬੰਦਾ। ਇਸ ਕਰਕੇ ਡਬਲ ਮਾਈਂਡਡ ਦਾ ਜਿਹੜਾ ਬੰਦਾ ਹੈ ਉਹ ਕਾਮਯਾਬ ਨਹੀਂ ਹੋ ਸਕਦਾ। ਕਿਸੇ ਵੀ ਕੰਮ ਦੇ ਵਿੱਚ ਕੋਈ ਡਬਲ ਮਾਈਂਡਡ ਕੋਈ ਵੀ ਬੰਦਾ ਨਹੀਂ ਕਾਮਯਾਬ ਹੋ ਸਕਦਾ। ਅੱਛਾ, ਤੁਸੀਂ ਜਦੋਂ ਇੰਟਰਨੈਸ਼ਨਲ ਲੈਵਲ ਤੇ ਇੱਕ ਜਦੋਂ ਤੁਸੀਂ ਫਿਜ਼ੀਕਲੀ ਆਪਣੇ ਟਰੈਕ ਤੇ ਖੇਡ ਰਹੇ ਹੋ, ਕਈ ਵਾਰੀ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਪਹਿਲਵਾਨ ਤੋਂ ਜਿੱਤਣਾ ਬਹੁਤ ਮੁਸ਼ਕਲ ਹੈ, ਪਰ ਤੁਸੀਂ ਉਹਦੇ ਨਾਲ ਜਦੋਂ ਫਾਈਟ ਕਰਦੇ ਹੋ ਤੇ ਉਹਨੂੰ ਤੁਸੀਂ ਵੀਟ ਵੀ ਕਰ ਦਿੰਦੇ ਹੋ? ਇਦਾਂ ਦਾ ਕਦੀ ਕੋਈ ਐਕਸਪੀਰੀਅੰਸ ਤੁਹਾਡੀ ਲਾਈਫ 'ਚ? ਜਾਂ ਕਈ ਵਾਰੀ ਲੱਗਦਾ ਯਾਰ ਕੱਲ ਇਹਦੇ ਨਾਲ ਸਾਡਾ ਮੈਚ ਹੈ, ਇਹ ਬੰਦਾ 올림픽 ਜਿੱਤਿਆ ਹੋਇਆ ਜਾਂ ਫਲਾਨਾ ਟਾਈਟਲ ਇਹਦੇ ਕੋਲ ਹੈਗਾ, ਇਸ ਤਰ੍ਹਾਂ ਦਾ ਕੋਈ ਮੌਕਾ ਆਇਆ ਹੋਵੇ? ਨਹੀਂ, ਬਿਲਕੁਲ। ਉਹ ਤੁਹਾਨੂੰ ਪਹਿਲਾਂ ਮੈਂ ਸ਼ੁਰੂ 'ਚ ਦੱਸਿਆ, ਜਿਹੜੀ ਮੇਰੀ ਉਹ ਕਾਮਨਵੈਲਥ ਗੇਮਸ ਦੀ ਜਿਹੜੀ ਸੈਮੀਫਾਈਨਲ ਕੁਸ਼ਤੀ ਹੋਈ ਸੀਗੀ, ਔਰ ਉਸ ਟਾਈਮ ਕਿਉਂਕਿ ਉਹ ਸਾਡੇ ਤੋਂ ਸੀਨੀਅਰ ਪਹਿਲਵਾਨ ਸੀਗਾ, ਉਹਦੇ ਨਾਲ ਕੁਛ 1 ਸਾਲ ਪਹਿਲਾਂ ਉਹਦੇ ਨਾਲ ਲੜਿਆ ਸੀਗਾ, ਉਹਨੂੰ ਜਿੱਤਿਆ ਸੀਗਾ। ਤੇ ਉਹ ਸਾਡੇ ਨੂੰ ਮਤਲਬ ਉੱਪਰਲੇ ਵੇਟ ਦਾ ਸੀਗਾ, ਕਿਉਂਕਿ ਉਦੋਂ 90 ਕਿਲੋ 'ਚ ਲੜਿਆ ਸੀ, ਮੈਂ 82 ਕਿਲੋ ਲੜਿਆ ਸੀ। ਉਹ ਫਿਰ ਘਟਾ ਕੇ ਉਹ 82 'ਚ ਆਇਆ ਲੜਿਆ ਸੀ। ਤੇ ਉਹ ਮੈਨੂੰ ਇਹ ਸੀਗਾ ਵੀ ਮੈਂ ਉਹਨੂੰ ਜਿੱਤ ਲਿਆ ਇਹਨੇ, ਸ਼ਾਇਦ ਮੈਂ ਮੇਰੇ ਨਾਲ ਮਤਲਬ ਇੰਨਾ ਵਧੀਆ ਨਾ ਲੜ ਸਕਾਂ। ਲੇਕਿਨ ਉਹ ਜਦੋਂ ਕੁਸ਼ਤੀ ਹੋਈ, ਉਹ ਕੁਸ਼ਤੀ ਵਾਕਈ ਯਾਦਗਾਰੀ ਕੁਸ਼ਤੀ, ਕਿਉਂਕਿ ਉਹ ਪਹਿਲਵਾਨ ਨੂੰ ਜਿੱਤਣਾ, ਕਿਉਂਕਿ ਉਹਨੇ 90 ਕਿਲੋ ਦੇ ਵਿੱਚ ਸਾਡੇ ਇੰਡੀਆ ਦੇ ਟੌਪ ਦਾ ਪਹਿਲਵਾਨ ਸੀ, ਉਹਨੂੰ ਹਰਾਇਆ ਸੀ ਉਹਨੇ ਚੈਂਪੀਅਨਸ਼ਿਪ ਦੇ ਵਿੱਚ। ਪਰ ਉਹ ਮੇਰਾ ਮਨ ਤੇ ਸੀਗਾ ਵੀ ਉਹਨੂੰ ਹਰਾਇਆ, ਸ਼ਾਇਦ ਮੈਂ ਨਾ ਇਹਨੂੰ ਹਰਾ ਸਕਾਂ। ਲੇਕਿਨ ਪਰ ਉਹ ਪਰਮਾਤਮਾ ਕਹਿੰਦੇ ਜਦੋਂ ਉਹ ਮਤਲਬ ਪਹਿਲੇ 90 'ਚ ਫੇਰ ਵੇਟ, ਉਹ ਪਹਿਲਾਂ 90 ਚੈਂਪੀਅਨਸ਼ਿਪ ਜਦੋਂ ਹੋਈ, ਕਿਉਂਕਿ ਕਈ ਰਾਨਾਂ ਹੁੰਦੀ ਜਿਹੜੀ ਚੈਂਪੀਅਨਸ਼ਿਪ ਹੁੰਦੀ ਉਹਨੂੰ ਸੀਰੀਅਸ ਨਹੀਂ ਲੈਂਦੇ, ਉਦੋਂ ਉੱਪਰਲੇ ਵੇਟ 'ਚ ਲੱਗ ਲੈਂਦੇ ਵੀ ਕਿਉਂ ਘਟਾਉਣਾ ਪੈਂਦਾ, ਕਿਉਂਕਿ ਵੇਟ ਘਟਾਉਣ ਦਾ ਕਾਫੀ ਹੁੰਦਾ ਨਾ। ਇਸ ਕਰਕੇ ਉਹ 90 'ਚ ਲੜਿਆ ਉਦੋਂ, ਤਾਂ 90  'ਚ ਉਹਨੇ ਜਿੱਤ ਲਿਆ। ਫਿਰ ਜਦੋਂ ਗੇਮਸ ਹੁੰਦੀਆਂ, ਉਹ ਗੇਮਸ ਨੂੰ ਜਿੱਦਾਂ ਆਪਾਂ ਮੰਨਦੇ ਨਾ 올림픽 ਗੇਮਸ, ਕਾਮਨਵੈਲਥ ਗੇਮਸ ਜਾਂ ਏਸ਼ੀਅਨ ਗੇਮਸ, ਉਹਨਾਂ ਨੂੰ ਮੇਨ ਮੰਨਦੇ ਆ। ਤੇ ਉਹਨੇ ਵੇਟ ਘਟਾ ਕੇ ਆਪਣਾ ਲੜਿਆ ਵੀ ਮੈਂ 골ਡ ਮੈਡਲ ਲੈ ਕੇ ਜਾਵਾਂਗਾ। ਲੇਕਿਨ ਉਹ ਕਿੰਨੀ ਕੁ ਦੇਰ ਬਾਅਦ ਸੀਗੀ, ਜਦੋਂ 90 ਦੀ ਲੜਨ ਦੇ ਬਾਅਦ? ਨਹੀਂ, ਉਹ 90 ਜਿੱਦਾਂ ਉਹ 1 ਸਾਲ ਪਹਿਲਾਂ ਜਿੱਦਾਂ ਚੈਂਪੀਅਨਸ਼ਿਪ ਹੁੰਦੀ ਹੈ, ਜਿੱਦਾਂ 93 ਦੇ ਵਿੱਚ ਇਹ ਕਾਮਨਵੈਲਥ ਚੈਂਪੀਅਨਸ਼ਿਪ ਹੋਈ ਸੀਗੀ, ਉਸ ਦੇ ਵਿੱਚ ਕੁਸ਼ਤੀ ਹੋਈ ਸੀ। 94 ਸਾਲ ਬਾਅਦ ਫਿਰ ਉਹ ਮੇਰੇ ਨਾਲ ਸਾਲ ਬਾਅਦ ਜਦੋਂ ਆਇਆ, ਉਹ ਫਿਰ ਘੱਟ ਵੇਟ 'ਚ? ਹਾਂ, ਉਹ ਘੱਟ ਵੇਟ 'ਚ। ਉਹ ਫਿਰ ਤੁਹਾਡੇ ਨਾਲ ਹੋਇਆ? ਉਹ ਮੇਰੇ ਨਾਲ ਹੀ ਫਿਰ ਉਹ ਘਟਾ ਲਿਆ ਉਹਨੇ, ਵੇਟ 82 ਕਿਲੋ ਕਰ ਲਿਆ ਨਾ। ਠੀਕ ਹੈ। ਮਤਲਬ ਯਾਦਗਾਰੀ ਤੇ ਇਹੀ ਹੈ ਵੀ ਮੈਨੂੰ ਉਦੋਂ ਸੀਗਾ ਵੀ ਸ਼ਾਇਦ, ਪਰ ਉਹ ਕਿਸਮਤ ਕਹਿੰਦੇ ਨਾ ਜਦੋਂ ਬਦਲਦੀ, ਉਹ ਸਕਿੰਟਾਂ ਦੇ ਬਜਲੀ, ਮੈਂ ਤੁਹਾਨੂੰ ਦੱਸਿਆ 10 ਸੈਕਿੰਡ ਰਹਿੰਦੇ ਸੀਗੇ, ਤੇ ਉਹ ਜਦੋਂ ਪਿੱਛੋਂ ਗੁਰੂ ਕਹਿੰਦੇ ਹੁੰਦਾ, ਗੁਰੂ ਉਸਤਾਦ, ਜਦੋਂ ਇੱਕ ਆਵਾਜ਼ ਸੁਣੀ, ਮੈਨੂੰ ਆਵਾਜ਼ ਐਂ ਲੱਗੀ ਵੀ ਹਾਂ ਚਾਚਾ ਜੀ ਆ ਗਿਆ। ਮੈਂ ਵੇਖਿਆ ਵਾਕਈ ਸਾਹਮਣੇ ਬੈਠੇ, ਕਹਿੰਦੇ ਕਰਦੇ ਹਨ ਜੋ ਕੀ ਕਰਨਾ। ਉਹ ਮਿਲ ਗਿਆ, ਉਹ ਪਰਮਾਤਮਾ ਹੀ ਹੈ ਨਾ, ਜਦੋਂ ਮੰਨਦੇ ਜੇ ਤੁਸੀਂ ਸੱਚੇ ਦਿਲੋਂ ਕਿਸੇ ਨੂੰ, ਤੇ ਉਹ ਬਾਹਰ ਅੱਗੇ ਅਰਦਾਸ ਕੀਤੀ ਵੀ ਇਹ ਮੇਰਾ ਲਾਸਟ ਆ, ਚਾਂਸ ਆ। ਤੇ ਉਹ ਜਦੋਂ ਅਟੈਕ ਹੋਇਆ, ਪੁਆਇੰਟ ਦਿਆ ਤੇ ਨਾਲ ਹੀ ਬੈਲ ਵੱਜ ਗਈ, ਇੱਕ ਪੁਆਇੰਟ ਉਹਦੀਆਂ ਪੈਸਵਟੀਆਂ ਕਰਕੇ ਮੈਂ ਫਾਈਨਲ 'ਚ ਆ ਗਿਆ।
ਜਦੋਂ ਤੁਹਾਨੂੰ ਆਪਣੇ ਦੇਸ਼ ਨੇ ਸਨਮਾਨਿਤ ਕੀਤਾ ਅਰਜੁਨਾ ਅਵਾਰਡ ਦੇ ਨਾਲ, ਜੀ ਜੀ ਉਸ ਟਾਈਮ ਤੁਹਾਡੀ ਕੀ ਫੀਲਿੰਗ ਸੀ, ਤੁਹਾਡੀ ਫੈਮਿਲੀ ਦੀ ਕੀ ਫੀਲਿੰਗ ਸੀ, ਤੁਹਾਡੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ, ਉਸ ਦੇ ਬਾਰੇ ਜੀ ਕੋਈ ਜੀ ਗੱਲ ਦੇਖੋ ਬਾਤ ਦੱਸੋ। ਇੱਕ ਜਿਹੜਾ ਅਰਜੁਨਾ ਅਵਾਰਡ ਹੈ, ਇਹ ਅਰਜੁਨਾ ਅਵਾਰਡ ਹੈ, ਜੀ ਇਹ ਕਹਿੰਦੇ ਜਦੋਂ ਕਿਸੇ ਨੂੰ ਦੱਸਣਾ ਨਾ ਤੁਸੀਂ ਵੀ ਮੈਂ ਕਾਮਨਵੈਲਥ ਚੈਂਪੀਅਨਸ਼ਿਪ 'ਚ ਜਿੱਤਿਆ, ਕਾਮਨਵੈਲਥ ਗੇਮ ਜਿੱਤਿਆ, ਏਸ਼ੀਅਨ ਗੇਮ 'ਚ ਜਿੱਤਿਆ, ਕਈ ਅਵਾਰਡ ਦੱਸਣੇ ਆ, ਜੀ ਪਰ ਜੇ ਕਿਸੇ ਨੂੰ ਤੁਸੀਂ ਦੱਸਤਾ ਵੀ ਮੈਂ ਅਰਜੁਨਾ ਅਵਾਰਡ ਮਿਲਿਆ, ਕਿਸੇ ਨਾਂ ਦੇ ਵਿੱਚ ਅਰਜੁਨਾ ਅਵਾਰਡ ਲੱਗ ਗਿਆ, ਜੀ 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 ਉਹਦਾ ਨਿਚੋੜ ਆ ਜਾਂਦਾ ਵੀ ਹਾਂ ਇਹ ਇੰਨੀਆਂ ਪ੍ਰਾਪਤੀਆਂ ਤਾਂ ਕਰਕੇ ਇਹ ਮਿਲਦਾ ਆ। ਜੀ ਜੀ ਤੇ ਇਹ ਜਦੋਂ ਮੈਨੂੰ ਮਿਲਿਆ ਸੀਗਾ ਤੇ ਮੈਨੂੰ ਬੜੀ ਖੁਸ਼ੀ ਪ੍ਰਾਪਤ ਹੋਈ ਸੀਗੀ। ਉਸ ਟਾਈਮ ਮੇਰੀ ਬੇਟੀ ਸਿਰਫ 6 ਮਹੀਨੇ ਦੀ ਸੀਗੀ, ਜੀ ਮੇਰੇ ਲਈ ਲੱਕੀ। ਵੈਰੀ ਗੁੱਡ, ਕੀ ਬਾਤ ਹੈ। ਐਕਚੁਅਲੀ ਮੈਨੂੰ ਇਹ ਉਦੋਂ ਹੀ ਜਾਣਾ ਸੀ ਕਾਮਨਵੈਲਥ ਗੇਮਸ 94 ਔਰ 95 ਦਾ ਵਿੱਚ, ਜਦੋਂ ਮੈਨੂੰ ਜਦੋਂ ਤੁਹਾਡੀ ਇੰਜਰੀ, ਹਾਂ ਮੈਨੂੰ ਮੇਲ ਉਦੋਂ ਜਾਣਾ ਸੀਗਾ, ਪਰ ਉਦੋਂ ਕਿਸੇ ਕਾਰਨਾਂ ਕਰਕੇ ਤੁਹਾਨੂੰ ਪਤਾ ਸਿਸਟਮ ਇਦਾਂ ਦਾ ਹੈਗਾ, ਨਹੀਂ ਮਿਲ ਸਕਿਆ ਉਦੋਂ ਤੇ ਇੰਜਰੀ ਹੋ ਗਈ। ਪਰ ਦੁਬਾਰਾ ਫਿਰ ਜਦੋਂ ਮੈਂ ਫਿਰ ਸ਼ੁਰੂ ਕੀਤਾ, ਫਿਰ ਮੈਡਲ ਆਏ, ਫਿਰ ਮੇਰੇ ਜਿਹੜਾ ਸੀਗਾ ਫਿਰ ਮੈਨੂੰ ਮਿਲਿਆ ਔਰ ਬਹੁਤ ਖੁਸ਼ੀ ਹੋਈ। ਔਰ ਉਹ ਮੈਂ ਤੁਹਾਨੂੰ ਦੱਸਿਆ ਬੇਟੀ ਮੇਰੀ 6 ਮਹੀਨੇ ਦੀ ਸੀ ਉਦੋਂ, ਤੇ ਬੜੀ ਲੱਕੀ ਸੀ ਉਹ, ਤੇ ਉਹਨੂੰ ਅਸੀਂ ਨਾਲ ਲੈ ਕੇ ਗਏ ਸੀ ਇੱਥੋਂ। ਜਦੋਂ ਗਏ ਪੂਰੀ ਫੈਮਿਲੀ ਗਈ, ਚਾਚਾ ਜੀ ਵੀ ਗਏ, ਮੇਰੀ ਵਾਈਫ, ਮੇਰੀ ਬੇਟੀ ਸੀ ਉਦੋਂ, ਤੇ ਉਹ ਅਸੀਂ ਉਹਨੂੰ ਅੰਦਰ 6 ਮਹੀਨੇ ਦੇ ਬੱਚੇ ਨੂੰ ਛੋਟੇ ਨੂੰ ਅੰਦਰ ਲੈ ਕੇ ਨਹੀਂ ਜਾ ਸਕਦੇ ਜਿੱਥੇ ਅਵਾਰਡ ਦਿੰਦੇ ਆ, ਹਾਂਜੀ, ਤੇ ਉਹਨੂੰ ਅਸੀਂ ਉੱਥੇ ਇੰਡੀਆ ਗੇਟ ਮਤਲਬ ਸਾਡੇ ਨਾਲ ਹੀ ਰਿਸ਼ਤੇ ਲੈ ਗਏ, ਉਹਨਾਂ ਦੇ ਕੋਲ ਛੱਡ ਕੇ ਗਏ ਸੀ ਉਹਨੂੰ ਵੀ ਉਹਨਾਂ ਚਿਰ ਤੂੰ ਉਹਨੇ ਰੱਖਿਆ। ਤੇ ਮਤਲਬ ਉਹ ਸੀਗਾ ਵੀ ਬੜੀ ਖੁਸ਼ੀ ਸੀਗੀ ਉਦੋਂ। ਉਹ ਰਾਸ਼ਟਰਪਤੀ ਭਵਨ ਜਾਣ ਦਾ ਇੱਕ ਬੜੀ ਵੱਡੀ ਗੱਲ ਹੈ ਦੀ ਤਮੰਨਾ। ਬਿਲਕੁਲ ਬਿਲਕੁਲ, ਉਹੀ ਤੁਹਾਨੂੰ ਦੱਸਿਆ ਜਦੋਂ ਇਹ ਨਿਚੋੜ ਹੈ ਜੀ ਇੱਕ ਅਰਜੁਨਾ ਅਵਾਰਡ। ਤੇ ਬਾਕੀ ਕਹਿੰਦੇ ਹੁੰਦੇ ਨਾ ਪ੍ਰਮਾਤਮਾ ਜਦੋਂ ਦਿੰਦਾ ਆ ਨਾ, ਤੇ ਜੋ ਵੀ ਦਿੰਦਾ ਉਹ ਖੁਸ਼ੀ ਹੋ ਕੇ ਲੈਣਾ ਚਾਹੀਦਾ ਵਾ। ਜੋ ਨਿਕਲ ਗਿਆ ਟਾਈਮ ਉਹਨੂੰ ਵਾਰ-ਵਾਰ ਯਾਦ ਕਰਕੇ ਤੇ ਗਮ ਕਰਨ ਨਾਲੋਂ ਜਿਹੜਾ ਮਿਲਿਆ ਉਹਨੂੰ ਹੀ ਖੁਸ਼ੀ, ਤੇ ਮੈਂ ਬੜਾ ਖੁਸ਼ ਮਹਿਸੂਸ ਕਰਦਾ ਵੀ ਤੁਹਾਡੇ ਫਾਦਰ ਸਾਹਿਬ ਤੇ ਮਦਰ ਨੂੰ ਜਦੋਂ ਪਤਾ ਲੱਗਿਆ ਕਿ ਤੁਹਾਨੂੰ ਅਰਜੁਨਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਤੇ ਉਹਨਾਂ ਦੀ ਕੀ ਫੀਲਿੰਗ ਸੀ? ਉਹਨਾਂ ਦੀ ਫੀਲਿੰਗ ਤੁਹਾਨੂੰ ਪਤਾ ਹੀ ਹੈ, ਮਾਂ-ਬਾਪ ਜਿਹੜੇ ਸਭ ਤੋਂ ਪਹਿਲਾਂ ਹੁੰਦੇ ਆ ਜੀ, ਉਹਨਾਂ ਨੂੰ ਖੁਸ਼ੀ ਹੁੰਦੀ ਹੈ ਜੇ ਬੱਚਾ ਉਹਨਾਂ ਦਾ ਕੋਈ ਪ੍ਰਾਪਤੀ ਕਰਦਾ ਆ। ਅਸੀਂ ਪਿੰਡਾਂ 'ਚ ਕੋਈ ਛਿੰਝ ਜਿੱਤਦੇ ਹਾਂ ਜਾਂ ਕੋਈ ਦੰਗਲ ਜਿੱਤਦੇ ਹਾਂ, ਕੋਈ ਮਤਲਬ ਬਾਹਰ ਇੰਟਰਨੈਸ਼ਨਲ ਕੱਪ ਜਿੱਤਦੇ ਹਾਂ, ਤੇ ਜਦੋਂ ਉਹਨਾਂ ਨੂੰ ਮਤਲਬ ਪਤਾ ਲੱਗਦਾ ਹੈ ਤੇ ਉਹ ਖੁਸ਼ੀ ਦੇ ਫੁੱਲੇ ਨਹੀਂ ਸਮਾਉਂਦੇ, ਭੱਜੇ ਫਿਰਦੇ ਵੀ, ਦੌੜੇ ਫਿਰਦੇ ਵੀ ਹਾਂ ਸਾਡੇ ਬੇਟੇ ਨੇ ਅੱਜ ਆਹ ਕੀਤਾ ਆ, ਅੱਜ ਸਾਨੂੰ ਆ ਖੁਸ਼ੀ, ਲੋਕੀ ਵਧਾਈਆਂ ਦਿੰਦੇ ਆ ਤੇ ਉਹਨਾਂ ਦਾ ਖੂਨ ਹੋਰ ਵੱਧਦਾ ਆ। ਇਸ ਕਰਕੇ ਅਸੀਂ ਜੋ ਕਰਦੇ ਆ, ਪਹਿਲਾਂ ਸਾਡੇ ਮਾਂ-ਬਾਪ ਸਾਨੂੰ ਦਿੰਦੇ ਆ, ਸਾਨੂੰ ਮਿਹਨਤ ਕਰਾਉਂਦੇ ਕਰਦੇ ਆ, ਫਿਰ ਜਦੋਂ ਅਸੀਂ ਉਹਨਾਂ ਦੀ ਰਿਟਰਨ ਕਰਦੇ ਆ, ਉਹਨਾਂ ਨੂੰ ਕੋਈ ਟਾਈਟਲ ਜਿੱਤ ਕੇ ਜਾਂ ਕੋਈ ਮੈਡਲ ਜਿੱਤ ਕੇ, ਤੇ ਉਹ ਉਹਨਾਂ ਨੂੰ ਰਿਟਰਨ ਕਰਦੇ, ਉਹ ਖੁਸ਼ੀ ਹੁੰਦੀ ਉਹਨਾਂ ਨੂੰ, ਬੜੀ ਮਹਿਸੂਸ ਹੁੰਦੀ ਵੀ ਹਾਂ ਵੀ ਅਸੀਂ। ਇੱਕ ਬਾਪ ਹੀ ਹੈ ਜੀ ਜਿਹੜਾ ਬੰਦਾ ਬਿਲਕੁਲ ਜੀ ਚਾਹੁੰਦਾ ਹੈ ਕਿ ਉਹਦਾ ਬੇਟਾ ਮੇਰੇ ਤੋਂ ਜ਼ਿਆਦਾ ਅੱਗੇ ਜਾਵੇ। ਬਿਲਕੁਲ ਬਿਲਕੁਲ ਜੀ ਬਿਲਕੁਲ, ਹੋਰ ਦੁਨੀਆ ਵਿੱਚ ਕੋਈ ਇਨਸਾਨ ਨਹੀਂ ਹੈ। ਹਾਂਜੀ, ਕਿਉਂਕਿ ਜਦੋਂ ਪਿੰਡ ਜਾਂਦੇ ਹਾਂ ਤੇ ਬੜਾ ਖੁਸ਼ੀ ਮਹਿਸੂਸ ਹੁੰਦੀ, ਤੇ ਲੋਕੀ ਕਹਿੰਦੇ ਵੀ ਆ ਧੀਰੇ ਦਾ ਡੈਡੀ ਆ, ਕੀ ਬਾਤ, ਬੁਲਾਉਂਦੇ ਆ ਵੀ ਆ ਧੀਰੇ ਦਾ ਡੈਡੀ, ਤੇ ਫਿਰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਵੀ ਹਾਂ ਕੋਈ ਨਾਂ ਲੈ ਕੇ ਬੋਲ ਰਿਹਾ ਵੀ ਆ ਵੀ ਇਹ ਕਰਤਾਰ ਸਿੰਘ ਦਾ ਭਤੀਜਾ ਆ, ਮਤਲਬ ਬੜੀ ਖੁਸ਼ੀ ਹੁੰਦੀ ਹੈ। ਕਰਤਾਰ ਸਿੰਘ ਜੀ ਨੂੰ ਕਿਸ ਤਰ੍ਹਾਂ ਦਾ ਉਸ ਟਾਈਮ? ਦੇਖੋ ਜੀ, ਜਿਹੜਾ ਆਪ ਇੰਨਾ ਵੱਡਾ ਸਪੋਰਟਸਮੈਨ, ਐਡਾ ਤਗੜਾ ਪਹਿਲਵਾਨ ਹੋਵੇ, ਜੀ, ਤੇ ਉਹਨਾਂ ਦੇ ਚਲੋ ਅਸੀਂ ਉਹਨਾਂ ਜੋਗਾ ਨਹੀਂ ਕਰ ਸਕੇ, ਉਹਨਾਂ ਜਿੰਨਾ ਨਹੀਂ ਕਰ ਸਕੇ ਜਿੰਨਾ ਵੀ ਕੀਤਾ, ਲੇਕਿਨ ਉਹਨਾਂ ਨੂੰ ਜਦੋਂ ਵੀ ਜਿੱਤਦੇ ਆ ਤੇ ਉਹ ਸਾਨੂੰ ਜਿੱਥੇ ਸਾਡੀ ਗਲਤੀ ਹੁੰਦੀ, ਸਾਨੂੰ ਉਹ ਗਲਤੀ ਦਾ ਸਾਨੂੰ ਦੱਸਦੇ ਵੀ ਆਹ ਗਲਤੀ ਕੀਤੀ ਹੈ ਤੂੰ, ਅਸੀਂ ਅਗਲੀ ਕੁਸ਼ਤੀ 'ਚੋਂ ਗਲਤੀ ਦਾ ਜਿਹੜਾ ਉਹ ਕੱਢਦੇ ਹਾਂ। ਜੇ ਸਾਡੇ ਤੋਂ ਜੇ ਅਸੀਂ ਵਧੀਆ ਲੜੇ ਆ ਤੇ ਸਾਨੂੰ ਉਹਦੀ ਹੱਲਾਸ਼ੇਰੀ ਦਿੰਦੇ ਵੀ ਹਾਂ ਤੂੰ ਆਹ ਕੁਸ਼ਤੀ ਵਧੀਆ ਲੜੇ, ਮਤਲਬ ਇੱਕ ਹੌਸਲਾ ਹੁੰਦਾ ਹੈ। ਕਹਿਣ ਦਾ ਮਤਲਬ ਕਿ ਜਿਹੜੇ ਤੁਹਾਡੇ ਲਾਈਫ ਦੇ ਵਿੱਚ ਤੁਹਾਡੇ ਆਈਡਲ ਹੈ ਉਹ ਕਰਤਾਰ ਸਿੰਘ ਜੀ, ਜਿਹੜੇ ਕਿ ਤੁਹਾਡੇ। ਨਹੀਂ ਦੇਖੋ, ਬਿਲਕੁਲ ਜੀ, ਮੈਂ ਕਿਉਂਕਿ ਅਸੀਂ ਹੋ ਸਕਦਾ ਮੈਂ ਪਿੰਡ ਜਦੋਂ ਰਹਿੰਦਾ ਸੀ, ਮੈਂ ਨਾ ਇਸ ਰਸਤੇ ਆਉਂਦਾ ਤੇ ਹੋ ਸਕਦਾ ਅੱਜ ਮੈਂ ਵੀ ਉਹ ਪਿੰਡ 'ਚੋਂ ਖੇਤੀਬਾੜੀ ਕਰਦਾ ਹੁੰਦਾ ਜੀ, ਤੇ ਮੈਂ ਵੀ ਉਹ ਇੱਥੋਂ ਤੱਕ ਨਾ ਪਹੁੰਚਦਾ ਜੇ ਮੈਨੂੰ ਉੱਥੋਂ ਲੈ ਕੇ ਆਏ, ਇੱਥੇ ਆਪਣੇ ਨਾਲ ਰੱਖਿਆ ਤੇ ਆਪਣੇ ਗੁਰ ਦਿੱਤੇ ਆ, ਆਪਣਾ ਸਾਰਾ ਮਿਹਨਤ ਕਰਾਈ ਆ, ਤੇ ਮੈਂ ਇੱਥੇ ਤੱਕ ਪਹੁੰਚਿਆ। ਤੇ ਤੁਸੀਂ ਮੇਰੀ ਇੰਟਰਵਿਊ ਲੈਣ ਆਏ ਅੱਜ, ਤੇ ਮੈਨੂੰ ਖੁਸ਼ੀ ਹੋ ਰਹੀ ਆ, ਕਿਉਂਕਿ ਜੇ ਮੈਂ ਕੁਝ ਕੀਤਾ ਆ ਜੀ, ਮੈਂ ਬੜਾ ਲੱਕੀ ਹਾਂ ਜੀ, ਮੈਂ ਚੈਨਲ ਦੇ ਬਹਾਨੇ ਤੁਹਾਡੇ ਨਾਲ। ਨਹੀਂ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਦੇਖੋ ਤੁਸੀਂ ਆਏ, ਚੱਲ ਕੇ ਆਏ, ਇੰਟਰਵਿਊ ਲੈਣ ਆਏ, ਤੇ ਉਹ ਹੋਰ ਖੁਸ਼ੀ ਹੁੰਦੀ ਆ ਵੀ ਅਸੀਂ ਪੁਰਾਣੀਆਂ ਯਾਦਾਂ ਜਿਹੜੀਆਂ ਜੋ ਤੁਸੀਂ ਮੈਨੂੰ ਪੁੱਛ ਰਹੇ ਜੇ, ਮੈਨੂੰ ਉਹ ਤਾਜ਼ਾ ਹੋ ਰਹੀਆਂ, ਮੇਰੀਆਂ ਕਮੀਆਂ ਸੀ ਜਾਂ ਮੇਰਾ ਜੋ ਕੀਤਾ ਆ ਉਹ ਮਤਲਬ ਦੁਬਾਰਾ ਫੇਰ ਇੱਕ, ਮਤਲਬ ਅਸੀਂ ਜਿਹੜਾ ਤੁਹਾਡੀ ਕਾਮਯਾਬੀ ਦਾ ਜਿਹੜਾ ਕ੍ਰੈਡਿਟ ਹੈ ਅਸੀਂ ਕਰਤਾਰ ਸਿੰਘ ਜੀ ਨੂੰ ਦੇ ਸਕਦੇ। ਬਿਲਕੁਲ ਜੀ ਬਿਲਕੁਲ, ਮੈਂ ਸਭ ਤੋਂ ਵੱਡੀ ਗੱਲ, ਕਿਉਂਕਿ ਸਾਡਾ ਇੱਕ ਪਰਿਵਾਰ ਜਿਹੜਾ ਹੈਗਾ ਜੀ, ਇਹ ਟੋਟਲੀ ਪਹਿਲਾਂ ਸ਼ੁਰੂ ਦੱਸਿਆ ਮੈਂ ਇੱਕ ਖਾਨਦਾਨੀ ਪਹਿਲਵਾਨ ਸਾਰਾ ਜਿਹੜਾ ਉਹ ਹੈਗਾ ਵਾ ਜੀ। ਹਾਂਜੀ, ਤੇ ਇਸ ਕਰਕੇ ਨਾ ਉਹ ਜਿਹੜੀ ਗੱਲਬਾਤ ਆ ਉਹ
ਪਹਿਲਾਂ ਮਾਇਨੇ ਰੱਖਦੀ ਵੀ ਤੁਹਾਨੂੰ ਕਿੰਨੇ ਕਿੱਥੇ ਕਿਹੜੀ ਲੀਹ ਤੇ ਪਾਇਆ। ਜੀ ਜੀ ਜੇ ਸਾਨੂੰ ਅਸੀਂ ਪਿੰਡਾਂ 'ਚ ਰਹਿੰਦੇ ਹੋ ਸਕਦਾ ਅੱਜ ਕੱਲ੍ਹ ਜੋ ਨਸ਼ੇ ਚੱਲੇ ਸਾਰਾ ਕੁਝ ਕਿੱਧਰ ਨੂੰ ਬੰਦਾ ਤੁਰਦਾ ਆ। ਜੀ ਤੇ ਮੈਂ ਤੇ ਇਹੀ ਹਰ ਇੱਕ ਬੱਚੇ ਨੂੰ ਹਰ ਇੱਕ ਮਾਂ-ਬਾਪ ਨੂੰ ਇਹੀ ਇੱਕ ਕਹਿਣਾ ਚਾਹੁੰਦਾ ਆ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਪਾਓ। ਇੱਕ ਸਪੋਰਟਸ ਹੀ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਮਤਲਬ ਸਿੱਧੇ ਰਸਤੇ ਪਾ ਸਕਦੀ ਹੈ ਦੇ ਵਿੱਚ। ਠੀਕ ਹੈ ਜੀ। ਤੇ ਤੁਹਾਡੇ ਬੱਚਿਆਂ ਬਾਰੇ ਕੁਝ ਤੇ ਦੱਸੋ। ਬੱਚੇ ਜੀ ਬੇਟਾ ਛੋਟਾ ਹੈ ਜੀ ਜੀ ਅਜੇ 5th ਕਲਾਸ 'ਚ ਆ 10 ਸਾਲ ਦਾ ਹੋਇਆ ਔਰ ਬੇਟੀ ਹੁਣ ਉੱਥੇ ਸਟੱਡੀ ਕਰ ਰਹੀ ਆ ਕਿਹੜੀ ਕੈਨੇਡਾ। ਕਲਾਸ ਕਰ? ਉਹਨੇ 2 ਸਾਲ ਦਾ ਕੋਰਸ ਲਿਆ ਸੀਗਾ ਤੇ ਬਸ 1 ਸਾਲ ਕੰਪਲੀਟ ਹੋ ਗਿਆ ਔਰ 1 ਸਾਲ ਹੋ ਰਿਹਾ। +2 ਕਰਕੇ ਗਏ +2 ਕਰਕੇ ਆਈਲੈਟਸ ਕਰਕੇ ਉਹ ਗਈ ਸੀ ਉੱਥੇ। ਤੇ ਅੱਗੇ ਤੁਹਾਡਾ ਆਉਣ ਮੇਰਾ ਵਾਲਾ ਬ੍ਰਦਰ ਮੇਰਾ ਉਹ ਵੀ ਅਮਰੀਕਾ ਆ ਉੱਥੇ। ਅੱਛਾ ਜੀ। ਵੱਡੇ ਬ੍ਰਦਰ? ਛੋਟਾ ਮੇਰੇ ਨਾਲੋਂ। ਅੱਛਾ ਜੀ। ਤੇ ਉਹਦੇ ਬੱਚੇ ਸਾਰੀ ਫੈਮਿਲੀ ਉੱਥੇ ਆ, ਉਹ ਸਿਟੀਜ਼ਨ ਨੇ ਸਾਰੇ ਉੱਥੋਂ ਦੇ। ਤੇ ਮੇਰੇ ਪਿਤਾ ਜੀ ਉਹ ਵੀ 6 ਮਹੀਨੇ ਜਾਂ ਉਧਰ ਲਾ ਆਉਂਦੇ ਆ, ਅੱਛਾ ਫਿਰ ਸਾਡੇ ਕੋਲ 2-3 ਮਹੀਨੇ ਲਾ ਕੇ ਫਿਰ ਚੱਲ ਜਾਂਦੇ ਆ। ਤੇ ਮੰਮੀ ਪਹਿਲਾਂ ਸ਼ੁਰੂ ਤੋਂ ਜਾਏ ਆ, ਉਹ 2 ਸਾਲ ਲਾ ਕੇ ਲਗਾਤਾਰ, ਉਸ ਤੋਂ ਬਾਅਦ ਫਿਰ ਆ ਕੇ ਫਿਰ ਗਏ ਨਹੀਂ ਵਾਪਸ। ਉਹ ਕਹਿੰਦੇ ਵੀ ਮੇਰਾ ਉੱਥੇ ਦਿਲ ਨਹੀਂ ਲੱਗਦਾ ਤੇ ਮੰਮੀ ਇੱਥੇ ਸਾਡੇ ਕੋਲ ਰਹਿੰਦੇ ਆ ਤੇ ਡੈਡੀ ਵੀ ਇੱਥੇ ਆ ਜਾਂਦੇ ਆ 2-4-6 ਮਹੀਨੇ ਲਾ ਕੇ ਫਿਰ ਚੱਲ ਜਾਂਦੇ ਆ। ਤੇ ਹੁਣ ਜਿਸ ਤਰ੍ਹਾਂ ਤੁਹਾਡੀ ਬੇਟੀ ਕੈਨੇਡਾ ਚਲੀ ਗਈ ਹੈ ਜੀ ਜੀ ਤੇ ਹੁਣ ਨੈਕਸਟ ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਤੁਹਾਡਾ ਬੇਟਾ ਵੀ ਕਹੇਗਾ ਕਿ ਮੈਂ ਬਾਹਰ ਹੀ ਸਟੱਡੀ ਕਰਨੀ ਹੈ। ਬੇਟਾ ਤੇ ਮੇਰਾ ਵੈਸੇ ਹੀ ਸਿਟੀਜ਼ਨ ਹੈ ਅਮਰੀਕਨ। ਅੱਛਾ ਸਿਟੀਜ਼ਨ ਹੈ। ਓਕੇ ਓਕੇ। ਤੇ ਉਹ ਤੇ ਜਦੋਂ ਕੋਈ ਗੱਲਬਾਤ ਹੁੰਦੀ ਉਹ ਕਹਿੰਦਾ ਮੈਂ ਤੇ ਵੀ ਉੱਥੇ ਹੀ ਜਾਣਾ ਵਾ। ਤੇ ਬਾਕੀ ਚਲੋ ਜੋ ਮਾਹੌਲ ਬਣੂਗਾ। ਤੇ ਬੇਟੇ ਨੂੰ ਕੁਝ ਇਸ ਤਰ੍ਹਾਂ ਦਾ ਸ਼ੌਕ ਹੈ ਸਪੋਰਟਸ ਵਾਲਾ ਕੁਝ? ਬਹੁਤ ਆ ਜੀ। ਛੋਟਾ ਹੁੰਦਾ ਪਹਿਲਾਂ ਕ੍ਰਿਕਟ ਵੱਲ ਵੀ ਸੀਗਾ ਕਾਫੀ। ਜੀ। ਤੇ ਬੱਚਾ ਜਦੋਂ 10 ਸਾਲ ਤੱਕ ਨਾ ਜਿਹੜੀ ਵੀ ਗੇਮ ਦੇਖਦਾ ਨਾ ਉਹ ਜ਼ਿਆਦਾ ਅਟਰੈਕਟ ਉਹਦੇ ਵੱਲ ਹੋ ਜਾਂਦਾ ਵਾ। ਤੇ ਉਹ ਜਿਹੜੀ ਗੇਮ ਦੇਖਦਾ, ਪਹਿਲਾਂ ਰੈਸਲਿੰਗ ਦੀ ਲੀਗ ਚੱਲੀ ਸੀ ਤੇ ਰੈਸਲਿੰਗ ਦਾ ਬੜਾ دیਵਾਨਾ ਹੋ ਗਿਆ ਬਹੁਤ ਜ਼ਿਆਦਾ। ਫਿਰ ਉਸ ਤੋਂ ਬਾਅਦ ਕ੍ਰਿਕਟ ਲੀਗ ਚੱਲੀ, ਕ੍ਰਿਕਟ ਦੇਖਣੀ ਡੇਲੀ। ਫਿਰ ਫੁੱਟਬਾਲ ਲੀਗ ਚੱਲੀ। ਮਤਲਬ ਬੱਚਾ ਚੋਇਸ ਨਹੀਂ ਕਰ ਪੈਂਦਾ ਪਰ ਲੇਕਿਨ ਉਹਨੂੰ ਹਰ ਚੀਜ਼ ਦਾ ਸ਼ੌਕ ਹੈ। ਪਰ ਇਹ ਹੈ ਵੀ 10 ਸਾਲ ਤੋਂ ਪਹਿਲਾਂ ਵੈਸੇ ਬੱਚੇ ਨੂੰ ਵੈਸੇ ਛੱਡ ਦੇਣਾ ਚਾਹੀਦਾ ਵੀ ਆਪਣੀ ਮਾਈਂਡ ਸਪੋਰਟਸ ਵਾਲਾ ਬਣਾਵੇ। ਬਾਕੀ ਗੇਮ ਚੋਇਸ ਕਰਨੀ ਜਿਹੜੀ ਆ ਉਹ 10 ਸਾਲ ਤੋਂ ਬਾਅਦ ਬੱਚਾ ਆਪਣੇ ਆਪ ਕਰ ਲੈਂਦਾ ਆ। ਤੇ ਉਹ ਕੋਸ਼ਿਸ਼ ਸਾਡੀ ਇਹੀ ਹੈ ਵੀ ਜੇ ਸਾਡੀ ਜਿਹੜੀ ਘਰ ਦੀ ਗੇਮ ਆ ਪਹਿਲਾਂ ਰੈਸਲਿੰਗ ਆ ਤੇ ਉਹਦੇ ਬਾਰੇ ਜੇ ਸੋਚੇ ਵੈਸੇ ਕੁਝ ਤੁਹਾਨੂੰ ਲੱਗਦਾ ਕਿ ਉਹਦੇ 'ਚ ਕੋਈ ਇਹ ਸਭ ਕੁਝ ਹੈ, ਪੋਟੈਂਸ਼ੀਅਲ ਹੈ, ਸਾਰਾ ਕੁਝ ਹੈਗਾ। ਖਾਨਦਾਨੀ ਹੈ ਜਿੱਦਾਂ ਖੂਨ ਦੇ ਵਿੱਚ ਹੈ ਫਿਰ ਤੇ ਕੁਝ ਨਾ ਕੁਝ ਤੇ ਹੁੰਦਾ ਹੀ ਹੈ ਜੀ। ਚਲੋ ਸਾਡੇ ਬੈਸਟ ਵਿਸ਼ੇਸ ਤੁਹਾਡੇ ਨਾਲ ਹੈ ਕਿ ਤੁਹਾਡਾ ਬੇਟਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਫੀਲਡ 'ਚ ਆਵੇ ਤੇ ਤੁਹਾਡਾ ਨਾਮ ਰੋਸ਼ਨ ਕਰੇ। ਤੇ ਜਿਹੜਾ ਹੁਣ ਅੱਗੇ ਟਾਈਮ ਆ ਰਿਹਾ ਹੈ ਜਿਸ ਤਰ੍ਹਾਂ ਬੱਚੇ ਤੁਹਾਡੇ ਹੁਣ ਸੈੱਟ ਬਾਹਰ ਹੋਣ ਲੱਗ ਪਏ ਆ, ਤੁਹਾਡੇ ਬ੍ਰਦਰ ਵੀ ਬਾਹਰ ਹੈ, ਤੁਹਾਡੇ ਵੀ ਵਿਚਾਰ ਹੈ ਕਿ ਤੁਸੀਂ ਇੰਡੀਆ ਵਿੱਚ ਹੀ ਰਹੋਗੇ ਜਾਂ ਆਉਣ ਵਾਲਾ ਟਾਈਮ ਤੁਸੀਂ ਬਾਹਰ ਸੈੱਟ ਹੋਣ ਦੇ ਕੋਈ? ਕਿਉਂਕਿ ਮੇਰਾ ਸ਼ੁਰੂ ਤੋਂ ਹੀ ਵੈਸੇ ਆਉਣ ਜਾਣ ਤੇ ਬਹੁਤ ਦੇਰ ਦਾ 87 ਦਾ ਜਦੋਂ ਮੈਂ ਪਹਿਲੀ ਵਾਰ ਵਰਲਡ ਚੈਂਪੀਅਨਸ਼ਿਪ ਗਿਆ ਸੀਗਾ ਜੀ। ਤੇ ਉਸ ਤੋਂ ਬਾਅਦ ਫਿਰ ਲਗਾਤਾਰ ਮੈਂ ਹਰ ਸਾਲ ਜਿੱਦਾਂ ਕੈਨੇਡਾ, ਪਹਿਲਾਂ ਇੰਗਲੈਂਡ ਟੂਰਨਾਮੈਂਟ ਹੁੰਦੇ ਸੀਗੇ ਰੈਸਲਿੰਗ ਦੇ, ਫਿਰ ਉਸ ਤੋਂ ਬਾਅਦ ਕੈਨੇਡਾ, ਫਿਰ ਅਮਰੀਕਾ। ਤੇ ਹਰ ਸਾਲ ਮੈਂ 2 ਮਹੀਨੇ 3 ਮਹੀਨੇ ਲਗਾਤਾਰ ਮੈਂ ਉੱਥੇ ਕੰਪੀਟੀਸ਼ਨ ਲੜ ਕੇ ਤੇ ਫਿਰ ਆਉਣੇ ਆਪਣੇ ਪੰਜਾਬੀ ਕੰਪੀਟੀਸ਼ਨ ਹੁੰਦੇ ਜਿੱਦਾਂ ਪੰਜਾਬੀ ਕਰਾਉਂਦੇ ਆ ਨਾ, ਤੇ ਮੈਂ ਹਰ ਸਾਲ ਜਾਂਦਾ ਸੀਗਾ। ਤੇ ਬਾਕੀ ਬ੍ਰਦਰ ਸਿਟੀਜ਼ਨ ਹੈ ਉਹ ਸਾਨੂੰ ਕਰ ਸਕਦਾ ਹੈ, ਲੇਕਿਨ ਮੇਰਾ ਵਿਚਾਰ ਰਹਿਣ ਦਾ ਨਹੀਂ ਗਾ ਉੱਥੇ ਵੀ ਠੀਕ ਆ ਜੌਬ ਕਰ ਰਹੇ ਆ। ਬਾਕੀ ਇਹ ਵੀ ਜਦੋਂ ਰਿਟਾਇਰਮੈਂਟ ਤੋਂ ਬਾਅਦ ਫਿਰ ਜਦੋਂ ਦੇਖਾਂਗੇ ਆਉਣਾ ਜਾਣਾ ਬਣਾਵਾਂਗੇ, ਲੇਕਿਨ ਪੱਕਾ ਨਹੀਂ ਵਸਣ ਦਾ ਕੋਈ ਅਜੇ ਤੱਕ ਸੋਚਿਆ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਤੀਰਾ ਜੀ ਤੁਹਾਨੂੰ ਆਲਮੋਸਟ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਇੰਡੀਆ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਤੁਹਾਨੂੰ ਆਲਮੋਸਟ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਰੈਸਲਿੰਗ ਤੇ ਭਲਵਾਨੀ ਜੀ ਬਿਲਕੁਲ ਦੇ ਵਿੱਚ। ਜੀ ਜੀ। ਤੇ ਮੈਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਨੂੰ ਡਿਪਾਰਟਮੈਂਟ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਸਨਮਾਨਿਤ ਕੀਤਾ ਹੋਵੇ ਜਾਂ ਕੋਈ ਸਪੈਸ਼ਲ ਕੋਈ ਅਹੁਦਾ ਜਾਂ ਕੋਈ ਪ੍ਰਮੋਸ਼ਨ ਮਿਲੀ ਹੋਵੇ? ਇਸ ਤਰ੍ਹਾਂ ਜੀ ਮੇਰੇ ਡਿਪਾਰਟਮੈਂਟ ਵੱਲੋਂ ਮੈਨੂੰ ਬਹੁਤ ਜ਼ਿਆਦਾ ਇਨਕਰੇਜ ਕੀਤਾ ਗਿਆ, ਬਹੁਤ ਜ਼ਿਆਦਾ ਮਤਲਬ ਮੈਨੂੰ ਸਹੂਲਤਾਂ ਦਿੱਤੀਆਂ ਗਈਆਂ। ਕਿਉਂਕਿ ਮੈਂ ਜਦੋਂ ਪਹਿਲਾਂ 93 ਦੇ ਵਿੱਚ ਮੈਂ ਜੁਆਇਨ ਕੀਤਾ ਸੀਗਾ ਜੀ, ਤੇ 94 ਦੇ ਵਿੱਚ ਜਦੋਂ ਮੇਰਾ ਮੈਡਲ ਕਾਮਨਵੈਲਥ ਗੇਮ 'ਚ ਆਇਆ ਤਾਂ ਮੈਨੂੰ ਮੇਰੀ ਪੋਸਟਿੰਗ ਹੋਈ ਸੀਗੀ ਪਹਿਲੀ ਵਾਰ, ਹੈ ਨਾ। ਤੁਸੀਂ ਜੁਆਇਨ ਮੇਰਿਟ ਕੀਤਾ ਸੀਗਾ ਮੈਂ ਐਜ਼ ਇੰਸਪੈਕਟਰ। ਤਾਂ ਉਹ 94 ਦੇ ਵਿੱਚ ਮੇਰਾ ਜਦੋਂ ਮੈਡਲ ਆਇਆ ਤਾਂ ਮੈਨੂੰ ਉਦੋਂ ਨਵੇਂ ਮੋਟਰਸਾਈਕਲ ਚੱਲੇ ਸੀ ਸਪਲੈਂਡਰ ਜੀ। ਉਹ ਮੈਨੂੰ ਉਦੋਂ ਮੋਟਰਸਾਈਕਲ ਮੈਨੂੰ ਜਦੋਂ ਮੈਂ ਮੈਡਲ ਜਿੱਤ ਕੇ ਆਇਆ ਤੇ ਉਦੋਂ ਉੱਥੋਂ ਦੇ ਕਮਿਸ਼ਨਰ ਸਾਹਿਬ ਨੇ ਮੈਨੂੰ, ਕੀ ਨਾਮ ਸੀ ਉਹਨਾਂ ਦਾ? ਕਮਿਸ਼ਨਰ ਸਾਹਿਬ ਸੀ? ਕਮਿਸ਼ਨਰ ਸਾਹਿਬ ਝਾਅ ਸਾਹਿਬ ਸੀਗੇ। ਝਾਅ ਸਾਹਿਬ। ਔਰ ਉਦੋਂ ਐਡੀਸ਼ਨਲ ਕਮਿਸ਼ਨਰ ਸੀਗੇ ਸਰਦਾਰ MS ਬੱਦਨ ਜੀ। ਉਹਨਾਂ ਨੇ ਮੈਨੂੰ ਉਹਨਾਂ ਨੇ ਜੁਆਇਨ ਕਰਾਇਆ ਸੀ ਉੱਥੇ। ਉਹ ਮੇਰੇ ਖਿਆਲ ਇੱਥੋਂ ਪੰਜਾਬ ਤੋਂ ਜਲੰਧਰ ਤੋਂ ਹੈ ਨਾ ਬਿਲੋਂਗ ਕਰਦੇ ਜੀ ਜੀ। ਤੇ ਉਹਨਾਂ ਨੇ ਉਦੋਂ ਮੈਨੂੰ ਉੱਥੇ ਜੁਆਇਨ ਕਰਾਇਆ ਸੀਗਾ ਤੇ ਉਹ ਅਗਲੇ ਸਾਲ ਫਿਰ ਮੈਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ। ਫਿਰ ਉਸ ਤੋਂ ਬਾਅਦ ਮੇਰਾ ਕਾਮਨਵੈਲਥ ਚੈਂਪੀਅਨਸ਼ਿਪ ਜੋ ਵਿਕਟੋਰੀਆ ਹੋਈ ਸੀਗੀ ਆਪਣੇ
ਮੈਲਬੌਰਨ ਹੋਈ ਸੀਗੀ, ਜੀ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ। ਉਸ ਤੋਂ ਮੇਰਾ ਉੱਥੇ ਮੈਡਲ ਆਇਆ ਮੇਰਾ, ਤੇ ਫਿਰ ਮੈਨੂੰ 1 ਲੱਖ ਰੁਪਇਆ ਉਹਨਾਂ ਨੇ ਮਤਲਬ ਸਨਮਾਨਿਤ ਕੀਤਾ ਡਿਪਾਰਟਮੈਂਟ ਨੇ, ਕੈਸ਼ ਪ੍ਰਾਈਜ਼ ਦਾ। ਜੀ। ਫਿਰ ਉਸ ਤੋਂ ਬਾਅਦ ਇੱਕ ਵਾਰ ਮੈਨੂੰ ਜਦੋਂ ਮੈਨੂੰ ਅਰਜੁਨ ਅਵਾਰਡ ਮਿਲਿਆ ਜੀ, ਤੇ ਮੈਨੂੰ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਮੈਨੂੰ 50,000 ਦਾ ਇਨਾਮ ਉਹਨਾਂ ਮੈਨੂੰ ਸਨਮਾਨਿਤ ਕੀਤਾ, ਕੈਸ਼ ਬਹੁਤ ਮਾਣ ਤਾਣ ਕੀਤਾ। ਔਰ ਉਸ ਤੋਂ ਬਾਅਦ ਟਾਈਮ ਟੂ ਟਾਈਮ ਮੇਰਾ ਜਿਹੜਾ ਡਿਪਾਰਟਮੈਂਟ ਹੈ ਮੈਨੂੰ ਮੇਰੀ ਹੈਲਪ ਕਰਦਾ ਰਿਹਾ, ਕਿਉਂਕਿ ਜਦੋਂ ਵੀ ਮੈਂ ਬਾਹਰ ਜਾਣਾ, ਕਿਉਂਕਿ ਬਾਹਰ ਜਾਣ ਲਈ ਤੁਹਾਨੂੰ ਪਤਾ ਕੋਈ NOC ਦੀ ਜ਼ਰੂਰਤ ਪੈਂਦੀ ਹੈ, ਤੇ ਉਹ ਮੈਨੂੰ ਟਾਈਮ ਟੂ ਟਾਈਮ ਮੈਨੂੰ ਕਦੀ ਉਹਨਾਂ ਨੇ ਇੱਦਾਂ ਨਹੀਂ ਲੱਗਾ ਵੀ ਮੈਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਮੈਨੂੰ ਜਾਣ ਬਾਰੇ, ਕਿਉਂਕਿ ਟਾਈਮ ਜਲਦੀ ਮੈਨੂੰ NOC ਮਿਲ ਜਾਂਦੀ, ਕਿਉਂਕਿ ਟਾਈਮ ਲਿਮਟਿਡ ਹੁੰਦਾ ਆ, ਮਤਲਬ ਉਦੋਂ ਲੈਟਰ ਆਉਣੀ, ਫਿਰ ਉਸ ਤੋਂ ਬਾਅਦ ਜਾਣਾ। ਤੋਂ ਕਿਉਂਕਿ ਅਗਰ NOC ਲੈਣੀ ਤਾਂ ਫਿਰ ਤਾਂ ਟਾਈਮ ਬਹੁਤ ਲੰਮਾ ਪੀਰੀਅਡ ਆ, ਕਿਉਂਕਿ ਸਾਰੇ ਕਮਿਸ਼ਨਰ ਤੋਂ ਲੈਂਦੇ ਆ ਪਰਮਿਸ਼ਨ। ਤਾਂ ਉਹ ਮੈਨੂੰ ਬਹੁਤ ਜਲਦੀ ਮੇਰੀ ਹੈਲਪ ਕਰ ਦਿੰਦੇ ਰਹੇ, ਔਰ ਮੈਨੂੰ ਬੜਾ ਹੋਇਆ। ਔਰ ਉਸ ਤੋਂ ਬਾਅਦ 2016 ਦੇ ਵਿੱਚ ਮੈਨੂੰ ਆਪਣੇ ਡਿਪਾਰਟਮੈਂਟ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਸਾਰੇ ਇੰਡੀਆ ਦੇ ਜਿੰਨੇ ਬੈਸਟ ਸਪੋਰਟਸਮੈਨ ਆ ਉਹਨੂੰ ਦਿੰਦੇ ਆ ਐਕਸੀਲੈਂਸੀ ਅਵਾਰਡ। ਉਸ ਦੇ ਵਿੱਚ ਰੈਵਨਿਊ ਕਲਚਰ ਬੋਰਡ ਤੇ ਮੈਨੂੰ ਜਿਹੜੀ ਆ ਟਰੋਫੀ ਆ ਜਿਹੜੀ ਆ ਅੱਛਾ ਇਹ ਮੈਨੂੰ ਉਦੋਂ ਦੇ ਕੇ ਸਨਮਾਨਿਤ ਕੀਤਾ। ਸ਼੍ਰੀ ਜਯੰਤ ਸਿਨਹਾ ਜੀ ਉਦੋਂ ਸੀਗੇ ਉੱਥੇ, ਉਧਰੋਂ ਮੈਨੂੰ ਇਹ ਜਿਹੜੀ ਉਦੋਂ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ, ਔਰ ਬੜਾ ਮਾਣ ਮਹਿਸੂਸ ਹੋਇਆ, ਕਿਉਂਕਿ ਮਹਿਕਮੇ ਦੇ ਵਿੱਚ ਜਦੋਂ ਜਾਈਦਾ ਜਦੋਂ ਦੱਸੀਦਾ ਤੇ ਬੜਾ ਹਰ ਕੋਈ ਵੀ ਅਫਸਰ ਆ ਬੜੇ ਖੁਸ਼ ਹੁੰਦੇ ਆ ਵੀ ਕੋਈ ਸਾਡੇ ਡਿਪਾਰਟਮੈਂਟ ਦੇ ਵਿੱਚ ਅਰਜੁਨ ਅਵਾਰਡੀ ਹੈਗਾ, ਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਜੀ। ਤੇ ਉਸ ਤਰ੍ਹਾਂ ਹੀ ਤੁਹਾਨੂੰ ਟਾਈਮ ਮਿਲ ਜਾਂਦਾ ਹੈ ਜਾਂ ਤੁਹਾਨੂੰ ਟਾਈਮ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ? ਨਹੀਂ, ਟਾਈਮ ਐਕਚੁਅਲੀ ਮੈਨੂੰ ਉਹੀ ਮੈਂ ਕਹਿ ਰਿਹਾ ਵੀ ਡਿਪਾਰਟਮੈਂਟ ਨੇ ਬੜਾ ਸਾਥ ਦਿੱਤਾ, ਕਿਉਂਕਿ ਮੈਨੂੰ ਪ੍ਰੈਕਟਿਸ ਵਾਸਤੇ ਵੀ ਟਾਈਮ ਮਿਲ ਜਾਂਦਾ, ਸਵੇਰੇ 2 ਘੰਟੇ, ਸ਼ਾਮ ਨੂੰ 2 ਘੰਟੇ। ਮਤਲਬ ਡਿਪਾਰਟਮੈਂਟ ਨੇ ਇਸ ਲੈਵਲ ਤੇ ਆ ਕੇ ਆਪਾਂ ਨੂੰ ਤੁਹਾਨੂੰ ਕਾਫੀ ਕੋਆਪਰੇਟ ਕੀਤਾ। ਜਦੋਂ ਤੱਕ ਮੈਂ ਨੈਸ਼ਨਲ ਲੈਵਲ 'ਚ ਜਾਂ ਇੰਟਰਨੈਸ਼ਨਲ ਲੈਵਲ 'ਚ ਕਰਦਾ ਸੀ, ਕੰਪੀਟੀਸ਼ਨ ਕਰਦਾ ਸੀ, ਉਦੋਂ ਤੇ ਮੈਨੂੰ ਬਿਲਕੁਲ ਹੀ ਫ੍ਰੀ ਸੀਗਾ ਮੈਂ ਟੋਟਲ, ਕਿਉਂਕਿ ਸਾਰਾ ਸਾਲ ਕੈਂਪ ਚੱਲਦੇ ਰਹਿੰਦੇ ਸੀਗੇ, ਤੇ ਉਹ ਕੈਂਪਾਂ ਦੇ ਵਿੱਚ ਮੈਨੂੰ ਵਿਦ ਪਰਮਿਸ਼ਨ ਮੈਨੂੰ ਦੇ ਦਿੰਦੇ ਸੀਗੇ ਕੈਂਪ 'ਚ ਰਹਿਣ ਲਈ। ਤੇ ਜਦੋਂ ਫਿਰ ਮੈਂ 2000 ਦੇ ਵਿੱਚ ਮੈਂ ਜਦੋਂ ਇੱਧਰ 98 'ਚ ਮੈਂ ਇੱਧਰ ਆ ਗਿਆ ਸੀ ਚੰਡੀਗੜ੍ਹ ਜੀ, ਤੇ ਉਸ ਤੋਂ ਬਾਅਦ ਮੈਂ 2000 ਦੇ ਵਿੱਚ ਫਿਰ ਮੈਂ ਆਪਣੀ ਜੌਬ ਜਦੋਂ ਸ਼ੁਰੂ ਕੀਤੀ, ਕਿਉਂਕਿ ਥੋੜਾ ਜਿਹਾ ਉਦੋਂ ਵੈਸੇ ਵੀ ਬੈਕ ਦਾ ਕਰਕੇ ਥੋੜੀ ਘੱਟ ਕਰਦਾ ਸੀਗਾ, ਤੇ ਉਸ ਟਾਈਮ ਦੇ ਵਿੱਚ ਫਿਰ ਮੈਂ ਨਾਲ ਜੌਬ ਵੀ ਕਰਦਾ ਸੀ, ਨਾਲ ਆਪਣੀ ਪ੍ਰੈਕਟਿਸ ਵੀ ਕਰਦਾ ਰਿਹਾ। ਤੇ ਉਸ ਤੋਂ ਬਾਅਦ ਫਿਰ ਜਦੋਂ 2003-04 ਤੋਂ ਬਾਅਦ ਫਿਰ ਥੋੜਾ ਜਿਹਾ ਘਟਿਆ, ਫਿਰ ਵੈਟਰਨ ਦਾ ਕੰਮ ਸ਼ੁਰੂ ਹੋ ਗਿਆ। 2006 ਦੇ ਵਿੱਚ ਵੈਟਰਨ ਦਾ ਕੰਮ ਸ਼ੁਰੂ ਹੋ ਗਿਆ, ਤੇ 2006 ਦੇ ਵਿੱਚ ਪਹਿਲੀ ਮੈਂ ਵੈਟਰਨ ਖੇਡਿਆ ਸੀਗਾ। ਧੀਰਜ ਜੀ, ਚਲਦੇ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਅਗਰ ਦੇਣਾ ਚਾਹੁੰਦੇ ਹੋ। ਬਿਲਕੁਲ ਜੀ, ਮੈਂ ਤੇ ਸਭ ਤੋਂ ਪਹਿਲਾਂ ਜਿੰਨੇ ਵੀ ਦਰਸ਼ਕ ਦੇਖ ਰਹੇ ਹੈ, ਉਹਨਾਂ ਦੇ ਬੱਚੇ ਦੇਖ ਰਹੇ ਆ, ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਪਹਿਲਾਂ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਸਪੋਰਟਸ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੀ ਸਪੋਰਟਸ ਇਹੋ ਜਿਹੀ ਚੀਜ਼ ਆ, ਇਹੋ ਜਿਹੀ ਗੇਮ ਆ, ਕੋਈ ਵੀ ਲੈ, ਇਹ ਨਹੀਂ ਮੈਂ ਕਹਿੰਦਾ ਕੋਈ ਰੈਸਲਿੰਗ ਕਰੇ ਜਾਂ ਕਬੱਡੀ ਕਰੇ ਜਾਂ ਹਾਕੀ ਕਰੇ ਜਾਂ ਕੁਛ ਕਰੇ, ਕੋਈ ਵੀ ਹੈ, ਪਰ ਲੇਕਿਨ ਕਰੇ ਜ਼ਰੂਰ ਜੀ, ਕਿਉਂਕਿ ਜਿਹੜੀ ਕੋਈ ਵੀ ਗੇਮ ਕਰਦਾ ਹੈ ਨਾ, ਉਹ ਬੱਚਾ ਜਿਹੜਾ ਟਾਈਮ ਆਪਾਂ ਬੱਚੇ ਨੂੰ ਦੇਖੋ ਬਾਹਰ ਘੁੰਮਣਾ ਫਿਰਨਾ, ਮਾੜੀ ਸੰਗਤ 'ਚ ਪੈਣਾ, ਉਹ ਜੇ ਤੁਸੀਂ ਸਪੋਰਟਸ 'ਚ ਲਾਊਗਾ ਬੱਚਾ, ਚੰਗਾ ਖਾਊਗਾ, ਥੱਕ ਕੇ ਸੌਂਗਾ, ਤੇ ਮਾੜੇ ਕੰਮਾਂ ਤੋਂ ਬਚਿਆ ਰਹੂਗਾ। ਬਿਲਕੁਲ। ਇਸ ਕਰਕੇ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਕਰਵਾਓ, ਔਰ ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਜੋ ਚੱਲ ਰਿਹਾ ਵਾ, ਇਹਦੇ ਵਿੱਚ ਸਪੋਰਟਸ ਵਾਲੇ ਕਾਮਯਾਬ ਆ, ਕਿਉਂਕਿ ਜੇ ਕਿਸੇ ਦੀ ਇਮਿਊਨ ਸਿਸਟਮ ਤਗੜਾ ਆ ਤੇ ਉਹ ਬਿਮਾਰੀ ਵੀ ਕੋਈ ਉਹਦੇ ਨਾਲ ਲੜਨ ਦੀ ਸ਼ਕਤੀ ਹੋਊਗੀ। ਤੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਆਪਣੇ ਸੇਫ ਰਹੋ, ਮਾਸਕ ਪਾ ਕੇ ਰੱਖੋ, ਹੱਥ ਧੋ ਚੰਗੀ ਤਰ੍ਹਾਂ, ਔਰ ਡਿਸਟੈਂਸ ਰੱਖੋ, ਔਰ ਆਪਣੇ ਖਾਣ ਪੀਣ ਦਾ ਧਿਆਨ ਰੱਖੋ, ਚੰਗਾ ਖਾਓ ਔਰ ਚੰਗੀ ਜ਼ਿੰਦਗੀ ਜੀਓ। ਬਹੁਤ ਬਹੁਤ ਧੰਨਵਾਦ ਜੀ। ਪਿਆਰੇ ਦਰਸ਼ਕੋ, K1 TV ਇੰਡੀਆ ਜੋ ਕਿ ਚੈਨਲ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਬਹੁਤ ਹੀ ਵਧੀਆ ਉਪਰਾਲਾ ਆ, ਜੋ ਕਿ ਪੁਰਾਣੇ ਖਿਡਾਰੀਆਂ ਦਾ ਜੋ ਐਕਸਪੀਰੀਅੰਸ ਹੈ ਲੈ ਕੇ ਇਹ ਤੁਹਾਡੇ ਤੱਕ ਪਹੁੰਚਾਉਣਗੇ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ K1 TV ਦੇਖੋ ਔਰ ਆਪਣੇ ਬੱਚਿਆਂ ਨੂੰ ਸਪੋਰਟਸ ਵੱਲ ਜੋੜੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ।